ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢ ਰਹੇ ਹੈਗੇ ਨੇ, ਫਿਰ ਹੋਮ ਮਿਨਿਸਟਰ ਨੂੰ ਕੱਢ ਰਹੇ ਹੈਗੇ ਨੇ, ਭਾਰਤ ਮਾਤਾ ਨੂੰ ਗਾਲਾਂ ਕੱਢ ਰਹੇ ਹੈਗੇ ਨੇ, ਫਿਰ ਜਦੋਂ ਮੈਨੂੰ ਦੇਖਿਆ ਹੈਗਾ ਤੇ ਮੈਨੂੰ ਗਾਲਾਂ ਕੱਢ ਲਓ, ਮੈਨੂੰ ਕੋਈ ਉਹ ਨਹੀਂ ਹੈਗਾ। ਇਸ ਤਿਰੰਗੇ ਦਾ ਵੈਰ ਹੈ ਸਿੱਖਾਂ ਦੇ ਨਾਲ, ਜਾਂ ਹੁਣ ਕੇਸਰੀ ਆਏਗਾ ਸਾਹਮਣੇ, ਜਾਂ ਫਿਰ ਤਿਰੰਗਾ ਹਮੇਸ਼ਾ ਲਈ ਖਤਮ ਕਰ ਦਿਆਂਗੇ ਦਿੱਲੀ ਚੋਂ। ਇਹ ਤੁਹਾਡੀ ਆਉਣ ਵਾਲੀ ਜਨਰੇਸ਼ਨ ਲਈ ਇੱਕ ਬਹੁਤ ਖਤਰੇ ਦੀ ਘੰਟੀ ਹੈ। ਇਹ ਲੋਕੀ ਮੋਦੀ ਦਾ ਕੁਝ ਨਹੀਂ ਵਿਗਾੜ ਸਕਦੇ, ਇਹ ਅਮਿਤ ਸ਼ਾਹ ਦਾ ਕੁਝ ਨਹੀਂ ਵਿਗਾੜ ਸਕਦੇ, ਇਹਦੇ ਕੈਪਟਨ ਦਾ ਬਾਦਲਾਂ ਦਾ ਕੁਝ ਨਹੀਂ ਵਿਗਾੜ ਸਕਣਗੇ ਹੈਗੇ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਮੇਰਾ ਨਾਮ ਹੈਗਾ ਸੁਖੀ ਚਹਿਲ। ਮੈਂ ਅੱਜ ਤੁਹਾਡੇ ਨਾਲ ਰੂਬਰੂ ਹੋ ਰਿਹਾ ਹੈਗਾ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੀ ਧਰਤੀ ਤੋਂ। ਜਿਵੇਂ ਕਿ ਤੁਹਾਨੂੰ ਪਤਾ ਹੈਗਾ ਤੇ ਇੰਡੀਆ ਦੇ ਵਿੱਚ ਕਿਸਾਨ ਮੂਵਮੈਂਟ ਬੜੇ ਸਿਖਰਾਂ ਦੇ ਉੱਤੇ ਚੱਲ ਰਹੀ ਹੈਗੀ ਹੈ। ਕਾਫੀ ਦੇਰ ਹੋ ਗਈ। ਪਹਿਲਾਂ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਉਹਨਾਂ ਨੇ ਐਜੀਟੇਸ਼ਨ ਕਰੀ ਹੈਗੀ ਹੈ, ਤੇ ਅੱਜ ਕੱਲ੍ਹ ਦਿੱਲੀ ਦੇ ਕਾਫੀ ਬਾਰਡਰਾਂ ਤੇ, ਜਿਵੇਂ ਟਿਕਰੀ ਬਾਰਡਰ, ਸੰਘੂ ਬਾਰਡਰ ਮੇਨ ਹੈਗੇ ਨੇ, ਉੱਥੇ ਸੰਘਰਸ਼ ਕਰ ਰਹੇ ਹੈਗੇ ਨੇ, ਔਰ ਉਹ ਸਾਰੀ ਦੁਨੀਆ ਦੇ ਵਿੱਚੋਂ ਉਹਨਾਂ ਨੂੰ ਸਹਿਯੋਗ ਮਿਲਿਆ ਹੈਗਾ। ਔਰ ਬੜਾ ਪੀਸਫੁਲ ਜਿਹੜਾ ਇਹ ਐਜੀਟੇਸ਼ਨ ਹੈਗਾ, ਕਿਉਂਕਿ ਕਿਸੇ ਵੀ ਕਮਿਊਨਿਟੀ ਦਾ, ਕਿਸੇ ਵੀ ਆਰਗੇਨਾਈਜੇਸ਼ਨ ਦਾ ਉਹਦਾ ਅਧਿਕਾਰ ਹੈਗਾ ਆਪਣੀ ਸਰਕਾਰ ਦੇ ਨਾਲ, ਉਹਨਾਂ ਦਾ ਕੋਈ ਮਤਭੇਦ ਹੋਵੇ ਜਾਂ ਕੋਈ ਡਿਸਐਗਰੀਮੈਂਟ ਹੋਵੇ, ਉਹਦੇ ਤੇ ਐਜੀਟੇਸ਼ਨ ਉਹਨਾਂ ਦਾ ਫਰਜ਼ ਹੈਗਾ, ਉਹਨਾਂ ਦੀ ਜ਼ਿੰਮੇਵਾਰੀ ਹੈਗੀ, ਉਹਨਾਂ ਦਾ ਅਧਿਕਾਰ ਹੈਗਾ, ਹਿਊਮਨ ਰਾਈਟਸ ਵੀ ਹੈਗਾ ਉਹਨਾਂ ਦਾ। ਉਹਦੇ ਵਿੱਚ ਉਹ ਐਜੀਟੇਸ਼ਨ ਦੇ ਦੌਰਾਨ ਬੜੇ ਉਤਰਾਅ ਚੜਾਅ ਆਏ ਹੈਗੇ ਨੇ। ਪਹਿਲਾਂ 26 ਜਨਵਰੀ ਵੀ ਆਇਆ ਹੈਗਾ, ਤੇ ਹੁਣ ਪਿੱਛੇ ਉਸ ਐਜੀਟੇਸ਼ਨ ਦੇ ਵਿੱਚ ਬਾਹਰ ਦੀਆਂ ਵੀ ਕਾਫੀ ਆਰਗੇਨਾਈਜੇਸ਼ਨ ਨੇ ਲੱਤ ਫਸਾਉਣ ਦੀ ਕੋਸ਼ਿਸ਼ ਕਰੀ ਹੈਗੀ ਹੈ, ਉਸ ਨੂੰ ਸਮੇਂ-ਸਮੇਂ ਤੇ ਡੀਰੇਲ ਕਰਨ ਦੀ ਕੋਸ਼ਿਸ਼ ਕਰੀ ਹੈਗੀ ਹੈ। ਔਰ ਕਈ ਐਜੀਟੇਸ਼ਨ ਦੇ ਵਿੱਚ ਲੋਕਾਂ ਨੇ ਪੈਨੀਟ੍ਰੇਟ ਕਰਕੇ ਉਸ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰੀ ਹੈਗੀ ਹੈ, ਉਹਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰੀ ਗਈ ਹੈਗੀ ਹੈ। ਉੱਥੇ ਖਾਲਿਸਤਾਨ ਦੀ ਵੀ ਗੱਲ ਹੋਈ ਹੈਗੀ ਹੈ, ਉੱਥੇ ਖਾਲਿਸਤਾਨ ਦੇ ਝੰਡਿਆਂ ਦੀ ਵੀ ਗੱਲ ਹੋਈ ਹੈਗੀ ਹੈ। 26 ਜਨਵਰੀ ਦੀ ਜੋ ਕਰਤੂਤ ਕੁਝ ਲੋਕਾਂ ਨੇ ਕਰੀ ਹੈਗੀ ਸੀ, ਉਹ ਆਪਣੇ ਸਾਹਮਣੇ ਹੈਗੀ ਹੈ। ਔਰ ਜੇ ਐਜੀਟੇਸ਼ਨ ਦਾ, ਇੰਨੀ ਪੀਸਫੁਲ ਐਜੀਟੇਸ਼ਨ ਦਾ, ਜਿਨ੍ਹਾਂ ਨੇ ਸਾਡੀਆਂ ਪੱਗਾਂ ਦੀ ਜਿਹੜੀ ਸ਼ਾਨ ਹੈਗੀ ਹੈ ਦੁਨੀਆ ਭਰ ਦੇ ਉੱਤੇ ਬਹਾਲ ਕਰਵਾਈ ਹੈ, ਔਰ ਉਹ ਉਸ ਟਾਈਮ ਦੇ ਉੱਤੇ 26 ਜਨਵਰੀ ਦੇ ਉੱਤੇ ਦੇ ਵਰ ਸੋ ਕਲੋਜ਼, ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਤੇ ਗਵਰਨਮੈਂਟ ਦੇ ਵਿੱਚ ਸਮਝੌਤਾ ਜਿਹੜਾ ਹੈਗਾ ਸੀ, ਵਾਜ਼ ਵੈਰੀ ਕਲੋਜ਼। ਕਿਉਂਕਿ ਮੈਂ ਪਰਸਨਲੀ ਉਸ ਚੀਜ਼ ਦੇ ਵਿੱਚ ਇਨਵੋਲਵ ਸੀ, ਮੈਂ ਐਡਮਿਟ ਕਰਦਾ ਹੈਗਾ, ਔਰ ਮੈਂ ਕਦੇ ਡਿਨਾਈ ਨਹੀਂ ਕਰਦਾ ਹੁੰਦਾ ਹੈਗਾ। ਜਿਹੜੀ ਗੱਲ ਜਾਇਜ਼ ਹੈ, ਠੀਕ ਹੈ, ਕਈ ਵਾਰੀ ਚੁੱਪ ਰਹਿਣ ਦੇ ਵਿੱਚ ਫਾਇਦਾ ਹੁੰਦਾ ਹੈਗਾ। ਪਰ ਦੁੱਖ ਦੀ ਗੱਲ ਉੱਥੇ ਆਉਂਦੀ ਹੈਗੀ ਜਦੋਂ ਬਾਹਰ ਕੁਝ ਬੈਠ ਕੇ ਕੁਝ ਆਰਗੇਨਾਈਜੇਸ਼ਨ ਹੁੰਦੀਆਂ ਹੈਗੀਆਂ ਨੇ ਅਨਨੈਸੈਸਰਲੀ। ਇਸ ਜਿਹੜੀ ਪੀਸਫੁਲ ਮੂਵਮੈਂਟ ਜਿਹੜੀ ਸਾਡੇ ਲੋਕਾਂ ਦੀ ਹੈਗੀ ਆ, ਉਹ ਕਿਸੇ ਦੀ ਨਹੀਂ ਹੈਗੀ। ਕਿਸਾਨ ਹੈਗੇ ਨੇ, ਉਹ ਸਾਡੇ ਹੈਗੇ ਨੇ, ਸਾਡੇ ਕੋਈ ਮਾਈ ਹੈਗਾ, ਭਾਈ ਹੈਗਾ, ਕੋਈ ਬਜ਼ੁਰਗ ਹੈਗੇ ਨੇ, ਮਾਂ ਬਾਪ ਹੈਗੇ ਨੇ, ਉੱਥੇ ਬੈਠੇ ਹੈਗੇ ਨੇ। ਉਹ ਠੰਡ ਦੇ ਵਿੱਚ, ਉਹ ਗਰਮੀ ਦੇ ਵਿੱਚ ਇਹੋ ਜਿਹੇ ਹਾਲਾਤਾਂ ਦੇ ਨਾਲ ਜੂਝ ਰਹੇ ਹੈਗੇ ਨੇ, ਔਰ ਫਿਰ ਵੀ ਪੀਸਫੁਲ ਬੈਠੇ ਹੈਗੇ ਨੇ। ਉਹਨਾਂ ਦੇ ਦੁਆਰਾ ਚੁਣੀ ਹੋਈ ਜਿਹੜੀ ਸਰਕਾਰ ਹੈਗਾ, ਉਹਦੇ ਨਾਲ ਉਹਨਾਂ ਦੇ ਡਿਸਐਗਰੀਮੈਂਟ ਹੈਗੇ ਨੇ, ਉਹਨਾਂ ਦਾ ਡਾਇਲੋਗ ਕਰ ਰਹੇ ਨੇ। ਪਰ ਬਾਹਰੋਂ ਕੁਝ ਆਰਗੇਨਾਈਜੇਸ਼ਨ ਹੈਗੀਆਂ ਨੇ, ਜਿਨ੍ਹਾਂ ਦੇ ਵਿੱਚ ਕੋਈ ਸਿਕਸ ਫਾਰ ਜਸਟਿਸ ਜਿਹੜੀ ਹੈਗੀ ਹੈ, ਜਿਹੜੇ ਕਿ ਹੁਣ ਤੱਕ ਉਹ ਡਮਡਮਗੀ ਆਪਣੀ ਵਜਾਉਂਦੇ ਰਹਿੰਦੇ ਹੈਗੇ ਨੇ, ਦੁਕਾਨਦਾਰੀ ਚਲਾਉਂਦੇ ਹੈਗੇ ਨੇ, ਵੀ ਹਾਂ ਅਸੀਂ ਖਾਲਿਸਤਾਨ ਲੈ ਕੇ ਦੇ ਦੇਣਾ ਹੈ, ਅਸੀਂ ਟੁਕੜੇ ਟੁਕੜੇ ਕਰ ਦਾਂਗੇ ਹੈਗੇ, ਅਸੀਂ ਐਂ ਕਰ ਦੋ। ਔਰ ਫਿਰ ਇਹ ਕਹਿੰਦੇ ਹੈਗੇ ਨੇ ਵੀ ਤੁਸੀਂ ਕਰ ਦੋ, ਅਸੀਂ ਨਹੀਂ ਕੁਝ ਕਰਨਾ ਹੈਗਾ, ਅਸੀਂ ਆਪਣਾ ਇੱਥੇ ਜਿਹੜੀ ਹੈਗੀ ਹੈ, ਸਾਡੇ ਲੋਕਲ ਜਿਹੜੇ ਇਵੈਂਟ ਹੈਗੇ ਨੇ ਉਹਨਾਂ ਨੂੰ ਹਾਈਜੈਕ ਕਰ ਲਏ ਹੈਗੇ। ਹੁਣ ਇਹ ਕੋਸ਼ਿਸ਼ ਕਰਦੇ ਹੈਗੇ ਨੇ ਕਿਸੇ ਨਾ ਕਿਸ ਤਰ੍ਹਾਂ ਜਿਹੜੀ ਕਿਸਾਨਾਂ ਦੀ ਮੂਵਮੈਂਟ ਜਿਹੜੀ ਹੈਗੀ ਹੈ, ਉਹਦੇ ਵਿੱਚ ਵੀ ਗੰਦ ਪਾਇਆ ਜਾਵੇ। ਔਰ ਇਹਨਾਂ ਮਾਈ ਦੇ ਲਾਲਾ ਨੇ ਪਿੱਛੇ ਵੀ ਪੂਰੀ ਕੋਸ਼ਿਸ਼ ਕਰੀ ਹੈਗੀ, ਤੇ ਇਹ ਲੋਕੀ ਆਪਣੀਆਂ ਹਰਕਤਾਂ ਤੋਂ ਕਦੇ ਬਾਜ਼ ਨਹੀਂ ਆਉਣਗੇ। ਇਹਨਾਂ ਦੀ ਕਰਤੂਤ ਦੀ ਵੀਡੀਓ ਮੈਂ ਤੁਹਾਡੇ ਸਾਹਮਣੇ ਹੁਣੇ ਦਿਖਾਉਣਾ, ਇਹਨੂੰ ਤੁਸੀਂ ਉਸ ਤੋਂ ਸਮਝ ਜਾਓਗੇ ਹੈਗੇ। ਵੱਡੀਆਂ ਗੱਲਾਂ ਕਰਨਗੇ ਹੈਗੇ। ਜਾਓ ਉੱਥੇ ਪਾਰਲੀਮੈਂਟ 22 ਜੁਲਾਈ ਨੂੰ ਪਾਰਲੀਮੈਂਟ ਘੇਰ ਲਓ, ਕਿਰਪਾਨਾਂ ਲੈ ਕੇ ਜਾਓ, ਝੰਡੇ ਚੜਾ ਦਿਓ, ਟੁਕੜੇ ਟੁਕੜੇ ਕਰ ਦਿਓ। ਔਰ ਜਿਹੜੇ ਸ਼ਖਸ ਦੀ ਮੈਂ ਗੱਲ ਕਰਦਾ ਹੈਗਾ, ਉਹਦਾ ਨਾਂ ਹੈਗਾ ਗੁਰਪਤਵੰਤ ਸਿੰਘ ਪੰਨੂ। ਇੱਥੇ ਨਿਊਯਾਰਕ ਦੇ ਵਿੱਚ ਆਪ ਆਪਣੀ ਐਸ਼ ਕਰਦੇ ਹੈਗੇ ਨੇ। ਉਹ ਇਹਨਾਂ ਦਾ ਕਦੇ ਜ਼ਿੰਦਗੀ 'ਚ ਬਾਲ ਨਹੀਂ ਵਿੰਗਾ ਹੋਇਆ ਹੈਗਾ,
ਅਸੀਂ ਉਦੋਂ ਜਦੋਂ ਸਟੇਟ ਦੇ ਨਾਲ ਪੰਗਾ ਪਏ ਹੋਇਆ ਹੈਗਾ ਸੀਗਾ, ਅਸੀਂ ਕਾਲੇ ਦੌਰ ਦੇਖੇ ਹੋਏ ਹੈਗੇ ਨੇ, ਝੱਡੇ ਸਾਡੇ ਵੀ 180 ਡਿਗਰੀ ਤੇ ਫਟੇ ਹੋਏ ਹੈਗੇ ਨੇ। ਇਹ ਕਾਕਾ ਜੀ ਦੇ ਕਦੇ ਵਾਲ ਨਹੀਂ ਵਿੰਗਾ ਹੋਇਆ, ਔਰ ਗੱਲ ਇਦਾਂ ਕਰਦਾ ਹੁੰਦਾ ਹੈਗਾ ਵੀ ਸ਼ਾਇਦ ਸਿੱਖ ਕੌਮ ਦਾ ਸਿਰਫ ਇਹੀ ਬੰਦਾ ਹੈਗਾ ਜਿਹਦੀ ਜੋ ਅੱਗੇ ਸਿੱਖ ਕੌਮ ਨੂੰ ਲੀਡ ਕਰਨਾ ਹੈਗਾ। ਔਰ ਦੁੱਖ ਵੀ ਆਉਂਦਾ ਹੈ, ਇਹਨਾਂ ਲੋਕਾਂ ਦੇ ਤਰਸ ਵੀ ਆਉਂਦਾ ਹੈਗਾ। ਦੁੱਖ ਇਸ ਕਰਕੇ ਆਉਂਦਾ ਹੈਗਾ ਵੀ ਇਹਨਾਂ ਲੋਕਾਂ ਦੀਆਂ ਕਰਤੂਤਾਂ ਦੀ ਔਰ ਇਹਨਾਂ ਲੋਕਾਂ ਦੀ ਇਹਦੇ ਵਿੱਚ ਗੱਲਾਂ ਦੇ ਵਿੱਚ ਆ ਕੇ ਕਈ ਨੌਜਵਾਨ ਗਲਤੀ ਕਰ ਬੈਠਦੇ ਹੈਗੇ ਨੇ, ਔਰ ਪਿੱਛੇ ਹੋਈ ਹੈ ਉਸ ਚੀਜ਼ ਦਾ ਮੈਂ ਗਵਾਹ ਹੈਗਾ। ਮੈਂ ਉਹਨਾਂ ਪਰਿਵਾਰਾਂ ਨੂੰ ਮਿਲ ਚੁੱਕਿਆ ਹੈਗਾ। ਆ ਜਿਹੜਾ ਭਾਈ ਸਾਹਿਬ ਤੁਸੀਂ ਉਹਦੀ ਬੋਲਬਾਣੀ ਤੁਸੀਂ ਦੇਖ ਲਓ ਵੀ ਜਿਹੜੇ ਹਿਸਾਬ ਨਾਲ ਕੀ ਕਹਿੰਦਾ ਹੈਗਾ। ਜੇ ਤੁਸੀਂ ਕਿਸਾਨ ਐਜੀਟੇਸ਼ਨ ਦੇ ਨਾਲ ਹੈਗੇ ਹੋ, ਤੁਸੀਂ ਪਹਿਲਾਂ ਆਪ ਹੀ ਡਿਸਾਈਡ ਕਰ ਲਓ ਵੀ ਤੁਸੀਂ ਇਸ ਕਾਕਾ ਜੀ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ। ਕੀ ਕਿਸਾਨਾਂ ਨੂੰ ਉੱਥੇ ਜਾ ਕੇ ਪਾਰਲੀਮੈਂਟ ਘੇਰ ਕੇ ਉੱਥੇ ਜਾ ਕੇ ਕਿਰਪਾਨਾਂ ਦੇ ਨਾਲ ਉਹ ਉੱਥੇ ਵੱਡਾ ਕਰ ਦੇਣਾ ਚਾਹੀਦਾ ਹੈਗਾ, ਉੱਥੇ ਵਾਇਲੈਂਸ ਕਰਨਾ ਚਾਹੀਦੀ ਹੈਗੀ ਹੈ, ਔਰ ਕੀ ਉੱਥੇ ਸਟੇਟ ਦੇ ਨਾਲ ਪੰਗਾ ਲੈ ਲੈਣਾ ਚਾਹੀਦਾ ਹੈਗਾ। ਔਰ ਇਹਨਾਂ ਲੋਕਾਂ ਦਾ ਕੁਝ ਨਹੀਂ ਜਾਣਾ ਹੈਗਾ, ਇਹਨਾਂ ਲੋਕਾਂ ਦਾ ਕੁਝ ਨਹੀਂ ਜਾਣਾ, ਨਾ ਇਹਨਾਂ ਨੇ ਕਦੇ ਇੰਡੀਆ ਜਾਣਾ ਹੈਗਾ। ਪਰ ਇਹਨਾਂ ਨੇ ਉੱਥੋਂ ਦੇ ਲੋਕਾਂ ਦੇ ਵਿੱਚ ਵੀ ਟੰਗ ਹਮੇਸ਼ਾ ਫਸਾਉਣੀ ਹੈ। ਅੱਜ ਅਸੀਂ ਉੱਥੇ ਪੰਜਾਬ 'ਚ ਵੋਟਾਂ ਬਣਾਉਣੀਆਂ ਨੇ ਰੈਫਰੈਂਡਮ ਦੀ, ਅੱਜ ਅਸੀਂ ਉੱਤਰਾਖੰਡ ਦੇ ਵਿੱਚ, ਅੱਜ ਅਸੀਂ ਰਾਜਸਥਾਨ ਦੇ ਵਿੱਚ ਐਂ ਕਰਦਾ ਵਾਹ ਕਰਦਾ ਉਹ ਕਰਾਂਗੇ ਹੈਗੇ। ਦਰਫਟੇ ਮੁੱਸ ਛੋਡੇ ਹੈ ਜਦੇ। ਆ ਦੇਖ ਲਓ ਇਹਦੀ ਵੀਡੀਓ ਸੁਣ ਦੋ ਹੈਗੇ ਕਾਕਾ ਜੀ ਦੀ, ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜੂ ਕਿ ਮੈਨੂੰ ਗੁੱਸਾ ਕਿਉਂ ਆਉਂਦਾ ਹੈ। ਔਰ ਇਹ ਗੱਲਾਂ ਜਿਹੜੀਆਂ ਇਹਨਾਂ ਦੇ ਕਰਤੂਤਾਂ ਹੈਗੀਆਂ ਨੇ ਉਹ ਗੁੱਸਾ ਆਉਣ ਵਾਲੀਆਂ ਹੈਗੀਆਂ ਨੇ, ਕਿਉਂਕਿ ਉਹ ਮੈਨੂੰ ਕੁਝ ਕਹਿਣ, ਮੇਰੇ ਵਾਲੇ ਮੈਨੂੰ ਗਾਲਾਂ ਕੱਢਣ ਨਾਲ ਮੈਨੂੰ ਸ਼ਾਇਦ ਗੁੱਸਾ ਨਾ ਆਵੇ। ਸੈਨ ਫਰਾਂਸਿਸਕੋ ਉੱਥੇ ਕੌਂਸਲ ਜਨਰਲ ਦੇ ਸਾਹਮਣੇ ਇਹਨਾਂ ਨੇ ਗਾਲਾਂ ਕੱਢੀਆਂ ਹੈਗੀਆਂ ਸੀਗੀਆਂ। ਜਦੋਂ ਮੈਨੂੰ ਦੇਖਿਆ ਹੈਗਾ ਸੀ ਇਹ 25-30 ਜਿਹੜੀ ਲਗੌੜ ਜੀ ਇਹਨਾਂ ਦੀ ਹੈਗੀ ਸੀ, 50 ਬੰਦੇ ਹੋਣਗੇ ਵੱਧ ਤੋਂ ਵੱਧ, ਉਹ ਕਹਿੰਦੇ ਸੀ ਸੁੱਖੀ ਸਾਲਾ ਚੋਰ ਹੈ। ਪਹਿਲਾਂ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢ ਰਹੇ ਹੈਗੇ ਨੇ, ਫਿਰ ਹੋਮ ਮਿਨਿਸਟਰ ਨੂੰ ਕੱਢ ਰਹੇ ਹੈਗੇ ਨੇ, ਭਾਰਤ ਮਾਤਾ ਨੂੰ ਗਾਲਾਂ ਕੱਢ ਰਹੇ ਹੈਗੇ ਨੇ, ਫਿਰ ਜਦੋਂ ਮੈਨੂੰ ਦੇਖਿਆ ਹੈਗਾ ਤੇ ਮੈਨੂੰ ਗਾਲਾਂ ਕੱਢ ਲਓ, ਮੈਨੂੰ ਕੋਈ ਇਹੋ ਨਹੀਂ ਹੈਗਾ। ਵੀ ਥੋੜੀ ਮੋਟੀ ਸ਼ਰਮ ਕਰੋ, ਉਹ ਤੁਹਾਡੇ ਆਪਣੇ ਹੈਗੇ ਨੇ, ਕਿਸਾਨ ਆਪਣੇ ਹੈਗੇ ਨੇ, ਤੁਸੀਂ ਉਹਨਾਂ ਦੀ ਐਜੀਟੇਸ਼ਨ ਦੇ ਵਿੱਚ ਤੁਸੀਂ ਉਹਨਾਂ ਨੂੰ ਵੀ ਨਹੀਂ ਬਖਸ਼ ਰਹੇ ਹੈਗੇ। ਔਰ ਉਹ ਕਿਸਾਨਾਂ ਦੀ ਲੀਡਰਸ਼ਿਪ ਦੇ ਦੇਖੋ, ਤੁਸੀਂ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਉਹ ਜਸਟੀਫਾਈ ਕਰਨਾ ਪੈਂਦਾ ਹੈਗਾ, ਕੀ ਕਹਿਣਾ ਪੈਂਦਾ ਹੈਗਾ, ਕਿਵੇਂ ਲੋਕਾਂ ਨੂੰ ਸਮਝਾਉਣਾ ਪੈਂਦਾ ਹੈਗਾ। ਇੱਕ ਮਿੰਟ ਪਹਿਲਾਂ ਤੁਸੀਂ ਕਾਕਾ ਜੀ ਦੀ ਗੱਲ ਸੁਣ ਲਓ ਹੈਗੇ, ਫਿਰ ਤੁਹਾਨੂੰ ਸਮਝ ਆ ਜਾਊਗਾ। ਮੈਂ ਆਪਣਾ ਉਸ ਤੋਂ ਬਾਅਦ ਪ੍ਰਤੀਕਰਮ ਤੁਹਾਨੂੰ ਦਿੰਦਾ ਹੈਗਾ ਜੀ। ਜਿਹੜਾ ਭਾਰਤ ਦਾ ਤਿਰੰਗਾ ਹੈ ਉਹਦਾ ਵੈਰ ਹੈ ਤੁਹਾਡੀਆਂ ਜ਼ਮੀਨਾਂ ਦੇ ਨਾਲ, ਇਸ ਤਿਰੰਗੇ ਦਾ ਵੈਰ ਹੈ ਸਿੱਖਾਂ ਦੇ ਨਾਲ। ਜਾਂ ਹੁਣ ਕੇਸਰੀ ਆਏਗਾ ਸਾਹਮਣੇ, ਜਾਂ ਫਿਰ ਤਿਰੰਗਾ ਹਮੇਸ਼ਾ ਲਈ ਖਤਮ ਕਰ ਦਿਆਂਗੇ ਦਿੱਲੀ ਚੋਂ। 22 ਜੁਲਾਈ ਨੂੰ ਕੋਈ ਤਿਰੰਗਾ ਨਹੀਂ ਦਿਸਣਾ ਚਾਹੀਦਾ ਦਿੱਲੀ ਦੇ ਵਿੱਚ। ਕੇਸਰੀ ਹੋਵੇਗਾ ਨਿਸ਼ਾਨ, ਹੱਥਾਂ ਵਿੱਚ ਚੁੱਕੋਗੇ ਕਿਰਪਾਨ, ਹੱਲ ਹੋਵੇਗਾ ਖਾਲਿਸਤਾਨ ਤੇ ਟੁਕੜੇ ਟੁਕੜੇ ਕਰ ਦਿਆਂਗੇ ਹਿੰਦੁਸਤਾਨ। ਇਹੀ ਹੱਲ ਹੈ ਕਿਸਾਨੀ ਸੰਘਰਸ਼ ਦਾ। 22 ਜੁਲਾਈ ਨੂੰ ਪੰਜਾਬ ਦੇ ਨੌਜਵਾਨੋਂ ਤੇ ਕਿਸਾਨੋਂ ਘੇਰ ਲਓ ਦਿੱਲੀ ਤੇ ਪਾਰਲੀਮੈਂਟ। ਜਿੰਨੀ ਦੇਰ ਹਾਂਜੀ ਤੁਸੀਂ ਸੁਣ ਲਿਆ ਹੈਗਾ, ਕਾਕਾ ਜੀ ਨੇ ਹੁਕਮ ਦਿੱਤਾ ਹੈਗਾ, ਕਿਸਾਨ ਜਿਹੜੇ ਉੱਥੇ ਐਜੀਟੇਸ਼ਨ ਤੇ ਕਿਸਾਨ ਬੈਠੇ ਹੈਗੇ ਨੇ, ਜਾਓ ਘੇਰ ਲਓ, ਤੋੜ ਦਿਓ। ਇਹ ਇਹਨਾਂ ਲੋਕਾਂ ਦੀ ਕਰਤੂਤ ਹੈ, ਇਹਨਾਂ ਲੋਕਾਂ ਦੀ ਸੋਚ ਹੈ। ਇਹ ਤੁਹਾਨੂੰ ਲੋਕਾਂ ਨੂੰ, ਮੈਂ ਪੰਜਾਬੀਆਂ ਨੂੰ ਸਾਰਿਆਂ ਨੂੰ, ਜਿਹੜੇ ਇੱਥੇ 99% ਜਿਹੜੇ ਇੱਥੇ ਚੁੱਪ ਵੀ ਬੈਠੇ ਹੈਗੇ ਨੇ, ਮੈਂ ਉਹਨਾਂ ਨੂੰ ਵੀ ਕਹਿਣਾ ਹੈਗਾ ਵੀ ਤੁਸੀਂ ਵੀ ਸੁਣ ਲਓ ਧਿਆਨ ਨਾਲ। ਜਿਹੜੇ ਤੁਸੀਂ ਚੁੱਪ ਕਰਕੇ ਜਿਹੜੇ ਤੁਸੀਂ ਸੋਚਦੇ ਵੀ ਅਸੀਂ ਨੇ ਕੀ ਲੈਣਾ ਹੈਗਾ, ਇਹ ਤੁਹਾਡੀਆਂ ਜੜ੍ਹਾਂ ਦੇ ਵਿੱਚ, ਤੁਹਾਡੇ ਆਉਣ ਵਾਲੇ ਖਾਨਦਾਨ ਦੇ ਵਿੱਚ, ਤੁਹਾਡੇ ਬੱਚਿਆਂ ਦੇ ਫਿਊਚਰ ਦੇ ਵਿੱਚ ਇਹ ਲੋਕੀ ਤੇਲ ਦੇਣਗੇ ਹੈਗੇ, ਔਰ ਦੇ ਰਹੇ ਹੈਗੇ ਨੇ, ਰੈਡੀਕਲਾਈਜ਼ ਕਰ ਰਹੇ ਹੈਗੇ ਨੇ, ਔਰ ਉੱਥੇ ਤੱਕ ਵੀ ਜਾ ਰਹੇ ਹੈਗੇ ਨੇ। ਤੋੜ ਦੋ ਵੀ ਦਰਫਟੇ ਨੂੰ ਤੁਸੀਂ ਕਿਹੜੀ ਦੁਨੀਆ 'ਚ ਰਹਿੰਦੇ ਹੈਗੇ ਹੋ। ਤੁਸੀਂ ਕਦੇ ਜ਼ਿੰਦਗੀ 'ਚ ਕਿਸੇ ਦੇ ਸਕੇ ਤਾਂ ਬਣ ਜਾਓ। ਤਿਰੰਗੇ ਨੂੰ ਨਜ਼ਰ ਨਹੀਂ ਆਉਣਾ ਚਾਹੀਦਾ ਹੈਗਾ, ਖਤਮ ਕਰ ਦੋ ਹੈਗੇ ਉਹ ਤਿਰੰਗਾ। ਕਾਕਾ ਜੀ ਪੰਨੂ ਸਾਹਿਬ, ਤੁਹਾਨੂੰ ਮੈਂ ਰਿਮਾਈਂਡ ਕਰਵਾਉਣਾ, ਪਿਛਲੇ ਸਾਲ ਚਾਈਨਾ ਦੇ ਨਾਲ ਵਾਰ ਦੇ ਦੌਰਾਨ ਆਪਣੇ ਕੁਝ ਫੌਜੀ ਸ਼ਹੀਦ ਹੋਏ ਹੈਗੇ ਸੀ ਇੰਡੀਆ ਦੇ। ਉਹਦੇ ਵਿੱਚੋਂ 4-5 ਜਿਹੜੇ ਹੈਗੇ ਸੀਗੇ ਪੰਜਾਬ ਦੇ ਹੈਗੇ ਸੀਗੇ, 3 ਮੁੰਡੇ ਹੈਗੇ ਸੀ ਮੇਰੇ ਜ਼ਿਲ੍ਹੇ ਦੇ ਜਾਂ ਨਾਲ ਦੇ ਜ਼ਿਲ੍ਹਿਆਂ ਦੇ ਹੈਗੇ ਸੀ, ਸੰਗਰੂਰ ਮਾਨਸਾ ਦੇ। ਉਹਨਾਂ ਦੀ ਜਦੋਂ ਬੋਡੀ ਵਾਪਸ ਆਈ ਹੈਗੀ ਸੀਗੀਆਂ, ਉਹਨਾਂ ਦੀ ਸ਼ਹਾਦਤ ਤੋਂ ਬਾਅਦ, ਉਹ ਵੀ ਤਿਰੰਗੇ ਦੇ ਵਿੱਚ ਹੀ ਲਪੇਟੀਆਂ ਹੋਈਆਂ ਸੀਗੀਆਂ। ਇਸ ਤਿਰੰਗੇ ਦੇ ਵਿੱਚ ਸਭ ਤੋਂ ਜ਼ਿਆਦਾ ਜੇਕਰ ਖੂਨ
ਕੰਟਰੀਬਿਊਸ਼ਨ ਹੈਗੀ ਹੈ, ਤੈਨੂੰ ਪਤਾ ਹੋਣਾ ਚਾਹੀਦਾ ਕਾਕਾ ਜੀ। ਮੂੰਹ ਚੱਕ ਕੇ ਗੱਲਾਂ ਕਰਦੇ ਨੇ, ਸਭ ਤੋਂ ਜ਼ਿਆਦਾ ਸਿੱਖਾਂ ਦਾ ਔਰ ਪੰਜਾਬੀਆਂ ਦਾ ਹੈਗਾ। ਤਿਰੰਗੇ ਨੂੰ ਇਹ ਕਰ ਦੋ, ਵਾਹ ਕਰ ਦੋ ਹੈਗੋ। ਉਹ ਜਾ ਕੇ ਦੇਖ, ਉਹ ਤੁਹਾਡਾ ਹਿਸਟਰੀ ਪੜ੍ਹ ਲਿਆ ਕਰ, ਬਾਬਾ ਅੰਬੇਦਕਰ ਦੀ ਹਿਸਟਰੀ ਪੜ੍ਹ ਲਿਆ ਹੈਗਾ, ਉਹ ਤਿਰੰਗੇ ਬਾਰੇ ਕੀ ਕਰ ਰਹੇ ਹੈਗੇ ਨੇ, ਕੀ ਕਹਿ ਰਹੇ ਹੈਗੇ ਨੇ। ਤਿਰੰਗੇ ਤੇ ਕੁਐਸਚਨ ਉਠਾਉਣਾ ਹੈਗਾ, ਦਰਫਿਟੇ ਮੁੱਤ ਤੇਰੇ ਇਹ ਜਿਹੇ ਵੀ ਤੋੜਾਂ ਜ਼ਿੰਦਗੀ 'ਚ ਕੁਝ ਸਮਾਰਨ ਦੀ ਗੱਲ ਕਰੋ ਹੈਗੋ, ਤੁਸੀਂ ਜੋੜਨ ਦੀ ਗੱਲ ਕਰੋ ਹੈਗੋ, ਤੋੜਨਾ ਹੈਗਾ ਹਮੇਸ਼ਾ। ਬਥੇਰਾ ਕੁਛ ਸਟੇਟ ਨਾਲ ਪੰਗਾ ਲੈ ਕੇ ਦੇਖ ਲਿਆ, ਸਰਕਾਰਾਂ ਦੇ ਨਾਲ ਲੋਕੀ ਪੰਗੇ ਲੈਂਦੇ ਦੇਖੇ ਹੈਗੇ ਨੇ, ਸਟੇਟ ਨਾਲ ਨਹੀਂ ਪੰਗਾ ਲੈ ਸਕਦੇ ਹੈਗੇ। ਉੱਥੋਂ ਦੀ ਪਾਰਲੀਮੈਂਟ ਘਰਾਉਣ ਨੂੰ ਫਿਰਦਾ ਹੈਗਾ ਕਾਕਾ ਜੀ। ਆ ਤੁਸੀਂ ਦੇਖ ਲਿਆ ਵਾਸ਼ਿੰਗਟਨ DC ਜਿਹੜੀ ਹੈਗੀ ਕੈਪੀਟਲ ਬਿਲਡਿੰਗ ਘੇਰੀ ਹੈਗੀ ਸੀ ਕੁਛ ਲੋਕਾਂ ਨੇ, ਉਹਨਾਂ ਨੇ ਸਟੇਟ ਦੇ ਨਾਲ ਪੰਗਾ ਲਿਆ ਹੈਗਾ ਸੀਗਾ। ਉਹ ਦੇਖੋ, ਉਹ ਲੱਭੇ ਨਹੀਂ ਥਿਆ ਰਹੇ ਹੈਗੇ। FBI ਔਰ ਜਿਹੜੀ ਲੋਕਲ ਅਮਰੀਕਾ ਦੀ ਲਾਅ ਇਨਫੋਰਸਮੈਂਟ ਏਜੰਸੀ ਹੈ, ਕਿੱਥੋਂ ਕਿੱਥੋਂ ਲੱਭ ਰਹੀ ਹੈਗੀ ਉਹਨਾਂ ਲੋਕਾਂ ਨੂੰ। ਔਰ ਤੁਸੀਂ ਕਹਿੰਦੇ ਹੈਗੇ ਤੁਹਾਡਾ ਕੀ ਜਾਣਦਾ, ਤੁਸੀਂ ਤਾਂ ਇੱਥੇ 에ਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਕਦੇ ਟੋਰਾਂਟੋ ਹੋ ਗਏ, ਕਦੇ ਨਿਊਯਾਰਕ ਹੈਗੇ ਹੋ। ਉੱਥੇ ਜਿਹੜੇ ਮਰਨਗੇ ਮਾਂ ਪਿਓ, ਉੱਥੇ ਮਾਵਾਂ ਦੇ ਪੁੱਤ ਮਰਨਗੇ, ਤੁਹਾਡਾ ਕੀ ਜਾਂਦਾ ਹੈਗਾ। ਕੋਈ ਚੱਜ ਦੀ ਗੱਲ ਨਹੀਂ ਹੁੰਦੀ ਹੈਗੀ, ਮੁਰਦਾ ਬੋਲੂ ਕਫਨ ਪਾੜੂ। ਇਹ ਬੰਦੇ ਦੀ ਇਹੀ ਹੈ। ਜਦੋਂ ਵੀ ਮੈਂ ਦੇਖਦਾ ਹੈਗਾ, ਮੈਂ ਚਾਹੁੰਦਾ ਹੈਗਾ ਵੀ ਤੁਸੀਂ ਥੋੜਾ ਜਿਹਾ ਪੰਨੂ ਸਾਹਿਬ ਹੋਰ ਬੋਲੋ, ਤਾਂ ਜੋ ਲੋਕਾਂ ਨੂੰ ਵੀ ਪਤਾ ਚੱਲੇ ਹੈਗੇ, ਜਿਹੜੇ ਲੋਕੀ ਇੱਥੇ ਚੁੱਪ ਬੈਠੇ ਹੈਗੇ ਨੇ, ਮੈਨੂੰ ਉਹਨਾਂ ਦੇ ਨਾਲ ਵੀ ਉਨੀ ਨਾਰਾਜ਼ਗੀ ਹੈਗੀ ਹੈ ਵੀ ਤੁਸੀਂ ਇਹ ਲੋਕੀ ਤੁਹਾਡੇ ਲੀਡਰ ਹੈਗੇ ਨੇ ਜੀ। ਚੱਕ ਕੇ ਮੂੰਹ ਕਹਿ ਦਿੱਤਾ, ਹਾਂਜੀ ਹਾਂ ਤੁਸੀਂ ਐਂ ਕਰ ਦੋ, ਵਾਹ ਕਰਦੇ ਹੈਗੋ ਵੀ ਭਲੇ ਲੋਕੋ, ਉਹ ਸਾਡੇ ਮਾਂ ਪਿਓ ਹੈਗੇ ਨੇ, ਸਾਡੇ ਭੈਣ ਭਾਈ ਹੈਗੇ ਨੇ, ਤੁਸੀਂ ਕਿਉਂ ਨਹੀਂ ਉਹਨਾਂ ਨੂੰ ਵਸਣ ਦਿੰਦੇ ਹੈਗੇ। ਜੇ ਉਹਨਾਂ ਦਾ ਕੋਈ ਸਮਝੌਤਾ ਹੋ ਰਿਹਾ ਸੀ, ਉਹਨਾਂ ਦੀ ਕੋਈ ਡਿਸਐਗਰੀਮੈਂਟ ਹੈਗੀ ਆ ਸਰਕਾਰਾਂ ਦੇ ਨਾਲ, ਪੀਸਫੁਲ ਉਹ ਪ੍ਰੋਟੈਸਟ ਕਰ ਰਹੇ ਹੈਗੇ ਨੇ, ਤੁਸੀਂ ਜਾ ਕੇ ਇੱਥੇ ਕੋਈ ਗੱਡੀ ਲਗਾ ਕੇ ਦੇਖ ਲਓ, ਹਾਈਵੇ ਦੇ ਉੱਤੇ ਤੁਸੀਂ ਪਾਰ ਕਰਕੇ ਦੇਖ ਲਓ, ਤੁਹਾਨੂੰ ਆ ਕੇ ਨਾਲ ਦੀ ਨਾਲ ਟਿਕਟ ਮਿਲ ਜਾਏਗੀ, 2 ਮਿੰਟ 'ਚ ਟੋਹ ਕਰਵਾ ਦੇਣਾ ਹੈਗਾ। ਉਹ ਸਰਕਾਰ ਨੇ ਉੱਥੇ ਸਾਰੀਆਂ ਸੜਕਾਂ ਦੇ ਦਿੱਤੀਆਂ ਹੈਗੀਆਂ ਉਹਨਾਂ ਨੂੰ। ਸ਼ਾਬਾਸ਼ ਦੋਨੋਂ ਤਰ੍ਹਾਂ ਨੂੰ ਦਿਓ, ਕਿਸਾਨ ਐਜੀਟੇਸ਼ਨ ਨੂੰ ਦਿਓ ਵੀ ਉਹ ਸਰਕਾਰ ਨੂੰ ਵੀ ਦਿਓ ਹੈਗੋ, ਪੀਸਫੁਲ ਤਰੀਕੇ ਨਾਲ। ਕਿਸੇ ਬਾਹਰਲੀ ਏਜੰਸੀ ਨੇ ਜਿੰਨੀ ਇਹਨਾਂ ਨੇ ਕੋਸ਼ਿਸ਼ ਕਰਕੇ ਦੇਖ ਲਈ ਹੈਗੀ, ਜਿੰਨੀ ਲਗੌਰ ਜੀ ਬਾਹਰੋਂ ਜਿਹੜੇ ਇੱਥੇ ਬੂੰ ਕਰਦੇ ਫਿਰਦੇ ਹੈਗੇ ਨੇ, ਇਹਨਾਂ ਨੇ ਬਥੇਰੀ ਕੋਸ਼ਿਸ਼ ਕਰਕੇ ਦੇਖ ਲਈ ਹੈਗੀ। ਹਾਂ, ਖਾਲਿਸਤਾਨ ਦੇ ਨਾਂ ਤੇ ਐਂ ਕਰ ਹੋਣਾ ਚਾਹੀਦਾ ਹੈਗਾ ਜੀ, ਇਹਨਾਂ ਦੀ ਸਾਡੀ ਹੋਂਦ ਨੂੰ ਖਤਰਾ ਹੈਗਾ ਜੀ, ਉਹ ਸਿੱਖਾਂ ਨਾਲ ਹੋ ਗਿਆ, ਫਲਾਨਾ ਹੋ ਗਿਆ। ਇੱਧਰ ਫਿਟੇ ਮੂੰਹ ਸੁੱਡੇ ਹੈ ਜਾਂਦੇ। ਕੋਈ ਚੱਜ ਦੀ ਗੱਲ ਜ਼ਿੰਦਗੀ 'ਚ ਕਰ ਲਓ। ਜਿਸ ਧਰਤੀ ਤੇ ਜਨਮ ਲਿਆ ਹੈਗਾ ਸੀਗਾ, ਜਿੱਥੇ ਵੱਡੇ ਹੋਏ ਹੈਗੇ, ਪੈਦਾ ਹੋਏ ਹੋ, ਤੁਹਾਡੇ ਮਾਂ-ਬਾਪ ਪੈਦਾ ਹੋਇਆ ਹੈਗਾ, ਤੁਹਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈਗੀ ਹੈ, ਤੁਸੀਂ ਉੱਥੇ ਪੜ੍ਹੇ ਲਿਖੇ ਹੈਗੇ ਹੋ, ਐਸ ਮੁਕਾਮ ਤੇ ਬੋਲਣ ਜੋਗੇ ਹੋਏ ਹੈਗੇ ਹੋ, ਤੁਸੀਂ ਉਹਦੇ ਸਕੇ ਨਹੀਂ ਹੋਏ ਹੈਗੇ ਨਾ, ਤੁਸੀਂ ਅਮਰੀਕਾ ਕੈਨੇਡਾ ਦੀ ਧਰਤੀ ਦੇ ਵੀ ਕਦੇ ਸਕੇ ਨਹੀਂ ਹੋ ਸਕਦੇ ਹੈਗੇ। ਸਿੱਖ ਕੌਮ ਦੇ ਸਕੇ ਤਾਂ ਹੋਣੀ ਬਹੁਤ ਦੂਰ ਦੀ ਗੱਲ ਹੈਗੀ ਹੈ। ਜਿੱਦਾਂ ਗੱਲ ਹੁੰਦੀ ਹੈ, ਕੋਈ ਮੈਨੂੰ ਦੱਸ ਦਿਓ ਹੈਗੋ ਵੀ ਤੁਸੀਂ ਕੋਈ ਇੱਕ ਵੀ ਕੰਟਰੀਬਿਊਸ਼ਨ ਕਮਿਊਨਿਟੀ ਦੇ ਲਈ, ਸਿੱਖਾਂ ਦੇ ਲਈ ਕੋਈ ਪੋਜ਼ਿਟਿਵ, ਔਰ ਇੱਥੇ ਇੰਨੀ ਲੋਕਾਂ ਦੀ ਕੰਟਰੀਬਿਊਸ਼ਨ ਤੁਸੀਂ ਡਿਸਕਾਰਡ ਕਰਕੇ ਰੱਖ ਦਿੱਤੀ ਹੈਗੀ। ਇੰਨੇ ਪੜ੍ਹੇ ਲਿਖੇ ਇੰਟੈਲੈਕਚੁਅਲ ਸਮਝਦਾਰ ਬੰਦੇ ਹੈਗੇ ਨੇ, ਜਿੰਨੀ ਇੰਨੀ ਤਰੱਕੀ ਕਰੀ ਬੈਠੇ ਹੈਗੇ ਨੇ, ਕਿਸੇ ਨੂੰ ਕੋਈ ਨਹੀਂ ਜਾਣਦਾ ਹੈਗਾ। ਪੁੱਛ ਲਓ ਜੀ, ਹਾਂ ਪੰਨੂ ਸਾਹਿਬ ਦੁਨੀਆ ਭਰ ਦੇ ਉੱਤੇ, ਹਾਂ ਆਹ ਦੇਖੋ ਜੀ ਪੰਨੂ ਸਾਹਿਬ ਦੀ ਔਕਾਤ ਦੇਖ ਲਓ, ਇਹ ਕੀ ਕਹਿੰਦੇ ਹੈਗੇ ਨੇ, ਤੋੜ ਦੋ ਕਹਿੰਦੇ ਜੀ, ਤਲਵਾਰ ਲੈ ਕੇ ਉਹ ਕਰ ਜੋ। ਉਹ ਕਿਸੇ ਜਵਾਕ ਦੀ ਹੈਰੀ ਪੋਟਰ ਦੀ ਮੂਵੀ ਵਾਲੀ ਕਿਤੇ ਉਹ ਖਿਡੌਣਾ ਤਲਵਾਰ ਲੈ ਕੇ ਉਹ ਦਿਖਾਈ ਜਾਂਦਾ ਹੈਗਾ, ਉਹ ਜਵਾਕ ਵੀ ਰੋਂਦਾ ਹੋਊਗਾ ਹੈਗਾ ਵੀ ਇਹਨੂੰ ਕੀ ਹੋ ਗਿਆ ਹੈਗਾ। ਪੰਨੂ ਸਾਹਿਬ ਸ਼ੁਕਰ ਕਰੋ ਤੁਸੀਂ ਇਸ ਮੁਲਕ 'ਚ ਹੈਗੇ ਹੋ। ਮੈਂ ਮਾਨਸਾ ਦਾ ਰਹਿਣ ਵਾਲਾ ਹੈਗਾ, ਸਾਡੀ ਅੱਧੀ ਜ਼ਮੀਨ ਸੰਗਰੂਰ, ਅੱਧੀ ਮਾਨਸਾ 'ਚ ਹੈਗੀ ਹੈ, ਤਾਂ ਕਰਕੇ ਮੇਰਾ ਦੋਨਾਂ ਜ਼ਿਲ੍ਹਿਆਂ ਦੇ ਨਾਲ, ਪਹਿਲਾਂ ਬਠਿੰਡੇ ਨਾਲ ਹੁੰਦਾ ਸੀ। ਜੇ ਤੁਸੀਂ ਉਸ ਇਲਾਕੇ 'ਚ ਰਹਿੰਦੇ ਹੋਏ ਨਾ, ਤੁਹਾਡੇ ਵਰਗੇ ਬੰਦੇ ਨੂੰ ਫੜ ਕੇ ਅਸੀਂ ਵੈਸੇ ਧਨੌਲੇ ਲੈ ਗਏ ਹੁੰਦੇ ਵੀ ਇਹਦੇ ਤੇ ਬਿਜਲੀ ਲਵਾਓ ਜੀ, ਇਹ ਤਾਂ ਬੰਦਾ ਹਿੱਲ ਗਿਆ ਹੈਗਾ। ਉੱਥੇ ਏਦਾਂ ਲੋਕੀ ਕਰਦੇ ਹੈਗੇ ਨੇ। ਇਹ ਤਮਾਸ਼ਾ ਨਹੀਂ ਕਰੀਦਾ ਹੁੰਦਾ ਹੈਗਾ, ਇਹ ਤਮਾਸ਼ੇ ਵਾਲੀਆਂ ਗੱਲਾਂ ਨਹੀਂ ਹੈਗੀਆਂ। ਇੱਥੇ ਲੋਕਾਂ ਦਾ ਸਾਰਾ ਕੁਝ ਦਾਅ ਤੇ ਲੱਗਿਆ ਹੋਇਆ ਹੈਗਾ। ਤੋੜ ਦੋ, ਤੁਹਾਡਾ ਜਾਂਦਾ ਕੀ ਹੈਗਾ ਇੱਥੇ। ਤੁਸੀਂ ਵੱਡੇ ਕੰਡੀਸ਼ਨਾਂ ਦੇ ਵਿੱਚ ਤੁਸੀਂ ਆਪ ਕਿਉਂ ਨਹੀਂ ਜਾਂਦੇ। ਮੈਂ ਤੁਹਾਡੀ ਬਿਜ਼ਨਸ ਕਲਾਸ ਮੈਂ ਦੇਵਾਂਗਾ ਹੈਗਾ ਪੰਨੂ ਸਾਹਿਬ, ਤੁਸੀਂ ਚਲੋ ਔਰ ਆਪਣੀ ਜਿਹੜੀ ਨਾਲ ਤੁਹਾਡੀ ਕਤੀੜ ਜੀ ਤੁਰੀ ਫਿਰਦੀ ਹੈਗੀ, ਇਹਨੂੰ ਤਿਆਰ ਕਰੋ।
ਵੀਜ਼ਾ ਮੈਂ ਦਵਾਉਂਗਾ, ਚਲੋ ਇੰਡੀਆ। ਇੱਧਰ ਜਿਹੜਾ ਗੁੜਗਾਉਂ ਵਾਲਾ ਬਾਰਡਰ ਹੈਗਾ ਆਪਾਂ ਸਾਂਭਦੇ ਆ, ਮੈਂ ਲਾਉਂਗਾ ਪਹਿਲਾ ਨਾਰਾ, ਮੇਰੇ ਨਾਲ ਚੱਲ ਘੇਰਦੇ ਆ ਉੱਥੇ ਜਾ ਕੇ ਦੇਖਦੇ ਆ ਸਟੇਟ ਨਾਲ ਪੰਗਾ ਕਿਹੜੇ ਭਾਅ ਵਿਕਦੀ ਹੈ। ਇੱਥੇ ਐਵੇਂ ਪੂਛ ਚੱਕ ਕੇ ਰੋਜ਼ ਹੀ ਐਂ ਕਰ ਦੋ, ਵਾਹ ਕਰ ਦੋ, ਫਲਾਣਾ, ਉਹ ਕਿਉਂ ਕਰਨਗੇ? ਕਿਉਂ ਕਰਨਾ ਚਾਹੀਦਾ ਹੈਗਾ? ਔਰ ਤੁਹਾਡੀ ਵਜ੍ਹਾ ਕਰਕੇ ਮੈਨੂੰ ਤਾਂ ਦੁੱਖ ਆਉਂਦਾ ਹੈਗਾ, ਤੁਸੀਂ ਆਲਰੇਡੀ ਇਹ ਕਰਤੂਤ ਪਹਿਲਾਂ ਕਰ ਚੁੱਕੇ ਹੈਗੇ ਹੋ। ਉਸ ਚੀਜ਼ ਦਾ ਮੈਂ ਵਿਟਨੈਸ ਹੈਗਾ, ਉਹਨਾਂ ਲੋਕਾਂ ਨੂੰ ਮੈਂ ਮਿਲ ਚੁੱਕਿਆ ਹੈਗਾ। ਤੁਹਾਡੇ ਕਹਿਣ ਤੇ ਪਿਛਲੇ ਸਾਲ ਅਗਸਤ ਦੇ ਵਿੱਚ ਉੱਥੇ ਜਾ ਕੇ ਕੁਝ ਬੱਚਿਆਂ ਨੇ ਮੋਗੇ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਉੱਤੇ ਝੰਡਾ ਚੜਾਤਾ ਹੈਗਾ ਸੀਗਾ, ਜਿਨ੍ਹਾਂ ਨੂੰ ਤੁਸੀਂ ਕਿਹਾ ਹੈਗਾ ਸੀਗਾ $2500 ਦੇਊਂਗਾ, ਜਾ ਕੇ ਝੰਡਾ ਚੜਾ ਦਿਓ ਖਾਲਿਸਤਾਨ ਦਾ, ਫਲਾਨਾ, ਦਿਸ ਐਂਡ ਦੈਟ। ਮੋਗੇ ਦੇ SSP ਹੈਗੇ ਨੇ ਹਰਮਨਵੀਰ ਸਿੰਘ ਗਿੱਲ, ਮੇਰੀ ਉਹਨਾਂ ਨਾਲ ਗੱਲ ਹੋਈ ਹੈਗੀ, ਮੈਂ ਉਸ ਇਲਾਕੇ 'ਚ ਗਿਆ ਹੈਗਾ ਮਾਰਚ ਦੀ, ਇਸੇ ਮਾਰਚ ਦੀ ਗੱਲ ਹੈ। ਮੈਂ ਉਹਦੇ ਪੇਰੈਂਟਸ ਨੂੰ, ਜਿਨ੍ਹਾਂ ਨੇ ਝੰਡਾ ਚੜਾਇਆ ਸੀ ਜਵਾਕਾਂ ਨੇ, ਉਹ ਕਿ 30 ਸਾਲ ਤੋਂ ਘੱਟ ਦੀ ਉਮਰ ਦੇ ਹੈਗੇ ਨੇ ਮੁੰਡੇ, ਜਿਹੜੇ ਤੁਹਾਡੇ ਪਿੱਛੇ ਲੱਗ ਕੇ ਹੈਗੇ, ਉਹਨਾਂ ਨੇ ਝੰਡਾ ਚੜਾਇਆ। ਅੱਜ ਉਹ ਤਿੰਨੇ ਚਾਰੇ ਜਿਹੜੇ ਹੈਗੇ ਨੇ ਉੱਥੇ ਬੈਠੇ ਹੈਗੇ ਨੇ ਸੰਗਰੂਰ ਦੀ ਹਾਈਐਸਟ ਸਿਕਿਉਰਿਟੀ ਜੇਲ੍ਹ ਦੇ ਵਿੱਚ, ਉਹਨਾਂ ਨੂੰ ਕੋਈ ਬੇਲ ਨਹੀਂ ਕਰਵਾ ਰਿਹਾ ਹੈਗਾ। ਉਹਦੇ ਪਿਓ ਦੇ ਹੰਝੂਆਂ ਦਾ, ਉਹਦੇ ਮਾਂ ਦੇ ਸੁੱਕੇ ਹਾਹਾਂ ਦੇ ਜਿਹੜੇ ਹੈਗੇ ਸੀ, ਉਹ ਮਾਂ ਦੀਆਂ ਜਿਹੜੇ ਹੰਝੂ ਹੈਗੇ ਸੀਗੇ, ਮੈਂ ਸਾਹਮਣੇ ਬੈਠ ਕੇ ਦੇਖੇ ਹੋਏ ਹੈਗੇ ਨੇ। ਮੇਰੀ ਵੀਡੀਓ ਦੇਖ ਲਿਓ, ਉਹਦੇ ਬਾਪ ਦੇ ਹੰਝੂ ਦੇਖ ਲਿਓ, ਮੈਂ ਡਿਸਕ੍ਰਿਪਸ਼ਨ 'ਚ ਪਾ ਦੇਵਾਂਗਾ ਹੈਗਾ ਇੱਥੇ। ਆਹ ਜਿਹੜੀ ਵੀਡੀਓ ਹੈਗੀ ਹੈ, ਮੈਂ ਉਹਨਾਂ ਦੀ ਵੀਡੀਓ ਕਰਕੇ ਆਇਆ ਹੈਗਾ। ਤੁਹਾਡੀ ਵਜ੍ਹਾ ਕਰਕੇ ਇਹਨਾਂ ਦੀ ਇਹ ਬੱਚਿਆਂ ਦੀ ਜ਼ਿੰਦਗੀ ਖਰਾਬ ਹੋਈ ਹੈ, ਇਹਨਾਂ ਮਾਂ-ਬਾਪ ਦਾ ਜਿਹੜਾ ਕਿ ਫਿਊਚਰ ਔਰ ਉਹਨਾਂ ਦੇ ਬੱਚਿਆਂ ਦਾ ਫਿਊਚਰ ਖਰਾਬ ਹੋਇਆ ਹੈਗਾ। ਤੁਸੀਂ ਕਰਿਆ ਕੀ ਹੈਗਾ ਕਿਸਾਨ ਐਜੀਟੇਸ਼ਨ ਦੇ ਲਈ? ਮੈਂ ਨਵੰਬਰ ਦਸੰਬਰ ਦੇ ਵਿੱਚ 2 ਮਹੀਨੇ ਇੰਡੀਆ ਰਿਹਾ ਹੈਗਾ, ਔਰ ਕਿਸਾਨ ਮੂਵਮੈਂਟ ਹਲੇ ਦਿੱਲੀ 'ਚ ਨਹੀਂ ਆਈ ਹੈਗੀ ਸੀ। ਉਸ ਤੋਂ ਪਹਿਲਾਂ ਮੈਂ ਕੰਸਰਨਡ ਰਿਸਪੌਂਸਿਬਿਲਿਟੀ ਹੋਣ ਕਰਕੇ ਮੈਂ ਇੰਡੀਆ ਦੇ ਜਿਹੜੇ ਐਗਰੀਕਲਚਰ ਮਿਨਿਸਟਰ ਹੈਗੇ ਨੇ ਤੋਮਰ ਸਾਹਿਬ, ਉਹਨਾਂ ਦੇ ਨਾਲ ਮੈਂ ਇੰਟਰਵਿਊ ਕਰੀ ਹੈਗੀ ਹੈ, ਔਰ ਉਹ ਸੋਸ਼ਲ ਮੀਡੀਆ ਦੇ ਉੱਤੇ ਇੰਟਰਵਿਊ ਪਈ ਹੈਗੀ ਹੈ, ਜਾ ਕੇ ਸੁਣ ਲਿਓ। ਔਰ ਟਿੱਕਰੀ ਬਾਰਡਰ ਤੇ ਮੈਂ ਗਿਆ ਹੈਗਾ, ਨਵੰਬਰ ਦਸੰਬਰ ਦੇ ਵਿੱਚ ਗਿਆ ਹੈਗਾ। ਉਸ ਤੋਂ ਬਾਅਦ ਫਿਰ ਮੈਂ ਇੱਥੇ ਮਾਰਚ ਅਪ੍ਰੈਲ ਦੇ ਵਿੱਚ ਗਿਆ ਹੈਗਾ। ਜਿਸ ਦਿਨ ਕਿਸਾਨਾਂ ਦੀ ਪਹਿਲੀ ਬਾਰਡਰ 'ਤੇ ਉੱਥੇ ਮੀਟਿੰਗ ਹੁੰਦੀ ਹੈਗੀ ਹੈ ਵਿਗਿਆਨ ਭਵਨ ਦੇ ਉੱਤੇ, ਮੈਂ ਉੱਥੇ ਉਸ ਟਾਈਮ ਦੇ ਉੱਤੇ ਮੈਂ ਪ੍ਰੈਜ਼ੈਂਟ ਹੈਗਾ। ਲੀਡਰਸ਼ਿਪ ਨੂੰ ਮੈਂ ਸਾਰਿਆਂ ਨੂੰ ਮਿਲਿਆ ਹੈਗਾ, ਰਾਜੇਵਾਲ ਸਾਹਿਬ ਨੂੰ ਮਿਲਿਆ ਹੈਗਾ, ਸਾਡੇ ਮਾਨਸਾ ਵਾਲੇ ਜਿੰਨੇ ਲੀਡਰ ਹੈਗੇ ਨੇ ਉਹਨਾਂ ਨੂੰ ਮਿਲਿਆ ਹੈਗਾ, ਰੁਲਦੂ ਸਿੰਘ ਜਾਂ ਬਾਕੀ ਹੈਗੇ ਸੀ, ਸਾਰਿਆਂ ਨੂੰ ਮਿਲਿਆ ਹੈਗਾ, ਕਿਉਂਕਿ ਸਾਡੇ ਆਪਣੇ ਹੈਗੇ ਨੇ, ਸਾਨੂੰ ਮਿਲਣਾ ਚਾਹੀਦਾ ਹੈਗਾ। ਮੈਂ ਕਦੇ ਉਹਨਾਂ ਨੂੰ ਪ੍ਰਵੋਕ ਕਰ ਨਹੀਂ ਗਿਆ ਹੈਗਾ ਸੀ, ਤੁਸੀਂ ਐਂ ਕਰ ਦਿਓ, ਤੋੜ ਦਿਓ, ਫਲਾਨਾ, ਐਂ ਜੀ, ਐਂ ਘੇਰ ਲਓ, ਫਲਾਨਾ। ਨਾ, ਅਸੀਂ ਜੋੜਨ ਦੀ ਕੋਸ਼ਿਸ਼, ਅਸੀਂ ਰਸਤਾ ਲੱਭਣ ਦੀ ਕੋਸ਼ਿਸ਼ ਕਰੀ ਸੀ, ਔਰ ਕਰ ਰਹੇ ਹਾਂ। ਔਰ ਮੈਨੂੰ ਮਾਣ ਹੈ, ਮੈਨੂੰ ਆਪਣੇ ਇਹਨਾਂ ਦੇ ਉੱਤੇ ਕਿਸਾਨ ਭਰਾਵਾਂ ਤੇ ਮਾਣ ਹੈ, ਜੋ ਉਹ ਕਰ ਰਹੇ ਹੈਗੇ ਨੇ ਪੀਸਫੁਲ ਤਰੀਕੇ ਦੇ ਨਾਲ, ਬਹੁਤ ਸਿਆਣਪ ਦੀ ਇੱਕ ਐਗਜ਼ਾਮਪਲ ਪੇਸ਼ ਕਰ ਰਹੇ ਹੈਗੇ ਨੇ। ਪਰ ਤੁਹਾਡੇ ਵਰਗੇ ਜਿਹੜੀ ਆਹ ਕਰਤੂਤਾਂ ਹੈਗੀਆਂ ਨੇ, ਤੋੜ ਦੋ, ਐਂ ਕਰ ਦੋ, ਵਾਹ ਕਰ ਦੋ ਹੈਗੇ, ਇਹ ਨਹੀਂ ਉੱਥੇ ਮੱਖੀ ਬੈਠਣ ਦਿੰਦੇ ਹੈਗੇ। ਜਦੋਂ ਵੀ ਗੱਲ ਕਿਸੇ ਸਿਰੇ ਲੱਗਦੀ ਹੈਗੀ ਹੈ, ਕੋਈ ਨਾ ਕੋਈ ਆ ਕੇ ਉੱਥੇ ਪੰਗਾ ਪਾ ਦਿੰਦੇ ਹੈਗੇ ਨੇ। ਇਸ ਕਰਕੇ ਮੈਂ ਬੇਨਤੀ ਕਰਦਾ ਹੈਗਾ, ਪੰਨੂ ਸਾਹਿਬ, ਤੁਸੀਂ ਆਪਣੀ ਜਿਹੜੀ ਡਗਡਮਗੀ ਜਿਹੜੀ ਕਿ ਵਜਾਉਣੀ ਹੈਗੀ ਸੀ, ਉਹ ਵਜਾਓ। ਹੁਣ ਤੁਹਾਡੀ ਫਰਸਟ੍ਰੇਸ਼ਨ ਮੈਂ ਸਮਝਦਾ ਹੈਗਾ। ਰੈਫਰੈਂਡਮ ਤੁਹਾਡਾ ਤੁਸੀਂ 4-5 ਸਾਲ ਹੋ ਗਏ ਹੈਗੇ, ਤੁਸੀਂ ਕਰਾਉਣਾ ਹੈਗਾ ਸੀਗਾ, ਐਂ ਕਰਾਵਾਂਗੇ, ਖਾਲਿਸਤਾਨ ਬਣਾਉਣਾ ਹੈਗਾ ਸੀਗਾ, ਜਿਹਦੇ ਵਿੱਚ ਕਿ ਉਹ ਬਾਕੀ ਤੁਸੀਂ ਪਾਕਿਸਤਾਨ ਵਾਲਾ ਤਾਂ ਸਾਰਾ ਕੁਝ ਛੱਡ ਦਿੱਤਾ ਹੈਗਾ, ਤਾਂ ਉਹਨਾਂ ਨੂੰ ਠੇਕੇ ਦੇ ਦਿੱਤਾ ਹੈਗਾ ਵੀ ਅਸੀਂ ਤੁਹਾਡੇ ਤੋਂ ਇੰਚ ਨਹੀਂ ਲੈਣੀ ਹੈਗੀ, ਇੱਧਰੋਂ ਪੰਜਾਬ ਵੀ ਲੈਣਾ, ਹਿਮਾਚਲ ਵੀ ਲੈਣਾ, ਵਿੱਚ ਕਸ਼ਮੀਰ ਤੇ ਮੇਰੇ ਖਿਆਲ ਆਪਣਾ ਹਰਿਆਣਾ ਤੇ ਅੱਧਾ ਰਾਜਸਥਾਨ ਵੀ, ਦਿੱਲੀ ਵੀ ਕਹਿੰਦੇ ਆ ਜਾਊਗਾ ਹੈਗਾ ਜੀ। ਛੱਡਣੀ ਹੁੰਦੀ ਹੈ ਤਰੀਕੇ ਦੀ ਛੱਡਿਆ ਕਰੋ, ਮਜ਼ਾਕ ਨਹੀਂ ਕਰੀਦਾ। ਐ ਹੋਗਾ ਜੀ, ਖਾਲਿਸਤਾਨ ਬਣੇਗਾ, ਫਲਾਨਾ ਕਰੂਗਾ ਹੈਗਾ। ਜਿਹੜੇ ਵਿਚਾਰੇ ਇਸ ਚੀਜ਼ ਦੇ ਵਿੱਚ ਇਨਵੋਲਵ ਹੈਗੇ ਸੀ, ਮੈਂ ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲ ਚੁੱਕਿਆ ਹੈਗਾ। ਉਹ ਅੱਜ ਕੱਲ੍ਹ ਅਮਰੀਕਾ ਕੈਨੇਡਾ 'ਚ ਵੀ ਬਹੁਤ ਪਰਿਵਾਰ ਬੈਠੇ ਨੇ, ਚੁੱਪ ਬੈਠੇ ਹੈਗੇ ਨੇ, ਦੇ ਮੂਵਡ ਔਨ। ਤੁਸੀਂ ਲੋਕਾਂ ਨੇ ਦੁਕਾਨਦਾਰੀਆਂ ਖੋਲੀਆਂ ਹੈਗੀਆਂ ਨੇ, ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਦੇਖੋ ਘਾਹ ਉੱਗੇ ਹੋਏ ਹੈਗੇ ਨੇ, ਉਹ ਖਾਲਿਸਤਾਨ ਦੀ ਕੋਈ ਗੱਲ ਕਰਕੇ ਰਾਜੀ ਨਹੀਂ ਹੈਗਾ। ਸਟੇਟ ਦੇ ਨਾਲ ਪੰਗਾ ਲਿਆ ਹੈਗਾ ਸੀ, ਜਿਹੜੀ ਸੋਨੇ ਦੀ ਚਿੜੀ ਹੈਗੀ ਸੀ, ਜਿੱਤੇ ਮਾਣ ਹੁੰਦਾ ਹੈਗਾ ਸੀ ਸਟੇਟ ਦੇ ਉੱਤੇ, ਜਿੱਥੋਂ ਆਪਾਂ ਆਏ ਹਾਂ,
ਅੱਜ ਉੱਥੇ ਕੋਈ ਰਹਿਣ ਵਾਸਤੇ ਤਿਆਰ ਨਹੀਂ ਹੈਗਾ। ਜਿੰਨਾ ਉੱਥੇ ਕਿਹੜੀ ਉੱਥੇ ਘਟੀਆ ਚੀਜ਼ ਨਹੀਂ ਹੈਗੀ ਜਿਹੜੀ ਉੱਥੇ ਨਹੀਂ ਆ ਰਹੀ ਹੈਗੀ ਅੱਜ, ਕਿਉਂਕਿ ਸਟੇਟ ਨਾਲ ਵੀ ਆਪਾਂ ਪੰਗਾ ਲਿਆ ਹੈਗਾ ਸੀ। ਔਰ ਤੁਸੀਂ ਉਸੇ ਚੀਜ਼ ਦੇ ਵਿੱਚ ਟੱਕ ਰਹੇ ਹੈਗੇ ਹੋ, ਕਾਲੇ ਦੌਰ ਦੇ ਵਿੱਚ ਰੈਡੀਕਲਾਈਜ਼ ਕਰਕੇ। ਤੁਹਾਡਾ ਕੁਝ ਨਹੀਂ ਜਾਣਾ ਹੈਗਾ। ਕਿਸੇ ਨੇ ਪਿੱਛੇ ਲੱਗ ਕੇ ਉੱਥੇ ਜਾ ਕੇ ਪਾਰਲੀਮੈਂਟ ਦੇ ਉੱਤੇ ਕੋਈ ਉਹ ਕਰਕੇ ਕੋਈ ਵਾਇਲੈਂਸ ਕਰ ਦਿੱਤੀ ਹੈਗੀ, ਨੁਕਸਾਨ ਕਿਸਾਨਾਂ ਦਾ ਹੋਊਗਾ ਹੈਗਾ, ਕਿਸਾਨਾਂ ਦਾ ਹੋਊਗਾ, ਸਾਡੇ ਮਾਂ-ਬਾਪ ਦਾ ਹੋਊਗਾ ਹੈਗਾ। ਉਹ ਸਾਡੇ ਹੈਗੇ ਨੇ, ਬੇਗਾਨੇ ਨਹੀਂ ਹੈਗੇ। ਸਾਡਾ ਦਿਲ ਧੜਕਦਾ ਹੈਗਾ। ਤੁਸੀਂ ਇੱਥੇ ਨਹੀਂ ਬਖਸ਼ੇ ਹੈਗੇ। ਤੁਸੀਂ ਜਨਵਰੀ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ 13,000 ਤੋਂ ਜ਼ਿਆਦਾ ਕਾਰਾਂ ਦੀ ਰੈਲੀ ਦਾ ਜਿਹੜਾ ਉੱਤੇ ਪ੍ਰਬੰਧ ਕਰਿਆ ਸੀ ਲੋਕਾਂ ਨੇ ਕਿਸਾਨਾਂ ਦੀ ਸਪੋਰਟ ਵਾਸਤੇ। ਤੁਸੀਂ ਉਹਦੀਆਂ ਵੀ ਜੜ੍ਹਾਂ ਦੇ ਵਿੱਚ ਤੇਲ ਦੇ ਦਿੱਤਾ ਹੈਗਾ। ਝੰਡੇ ਆਪਣੇ ਖਾਲਿਸਤਾਨ ਦੇ ਉੱਤੇ ਲਗਾ ਦਿੱਤੇ ਹੈਗੇ ਵੀ ਸਾਡੀ ਇਹ ਐਜੀਟੇਸ਼ਨ ਹੈਗੀ ਹੈ ਜੀ। ਪਰਮਾਤਮਾ ਨੂੰ ਅੱਗੇ ਜਾ ਕੇ ਜਾਨ ਦੇਣੀ ਹੈ। ਥੂ ਨਹੀਂ ਕਰਾਈ ਦੀ ਹੁੰਦੀ ਹਰ ਇੱਕ ਜਗ੍ਹਾ ਤੇ। ਇਹ ਤਮਾਸ਼ਾ ਜਿਹੜਾ ਹੈਗਾ ਇਹ ਤੁਹਾਨੂੰ ਬੰਦ ਕਰਨਾ ਪਊਗਾ ਸੂਨਰ ਔਰ ਲੇਟਰ। ਪਰ ਅਨਫੋਰਚੂਨੇਟਲੀ ਉਸ ਸਮੇਂ ਤੱਕ ਤੁਸੀਂ ਨਫ਼ਰਤ ਇੰਨੀ ਵਧਾ ਦਿੱਤੀ ਹੈਗੀ ਹੈ, ਇੰਨੀ ਪੈਦਾ ਕਰ ਦਿੱਤੀ ਹੈਗੀ ਹੈ ਕਿ ਜਿਹਦਾ ਆਉਣ ਵਾਲੇ ਜਨਰੇਸ਼ਨ ਸਾਡੀ ਖਮਿਆਜਾ ਭੁਗਤੇਗੀ। ਮੂੰਹ ਚੱਕ ਕੇ ਉਹਨੂੰ ਐਂ ਕਰ ਦੋ ਜੀ, ਉਹਨੂੰ ਐਂ ਕਰ ਦੋ ਹੈਗੇ, ਉਹਨੂੰ ਢਾ ਲਓ, ਕਿਸੇ ਲੀਡਰ ਨੂੰ ਇੱਥੇ ਵੜਨ ਨਹੀਂ ਦੇਣਾ ਹੈਗਾ, ਉਹ ਨਹੀਂ ਕਰ ਦੇਣਾ ਹੈਗਾ, ਉਹ ਤੇ ਮੈਂ 50 ਮਿਲੀਅਨ ਦਾ ਮੈਂ ਉੱਥੇ ਲਾਅ ਸੂਟ ਫਾਈਲ ਕਰ ਦਿੱਤਾ, ਉਹਨੂੰ ਮੈਂ ਨਹੀਂ ਕਰਨ। ਤੁਸੀਂ ਅੱਜ ਤੱਕ ਕਰਿਆ ਕੀ ਹੈਗਾ ਨਾ? ਤੁਸੀਂ ਹਵਾ ਦੇ ਵਿੱਚ ਹੀ ਤੀਰ ਛੱਡੇ ਹੈਗੇ ਨੇ। ਕੋਈ ਕੌਮ ਦਾ ਕੁਝ ਸਵਾਰਿਆ ਹੈਗਾ? ਤੁਸੀਂ ਛੱਡੋ, ਕੌਮ ਸਾਂਭ ਲੇਗੀ ਆਪਣੇ ਆਪ ਨੂੰ। ਇੱਥੇ ਬਥੇਰੇ ਸਮਝਦਾਰ ਸਿਆਣੇ ਲੋਕੀ ਹੈਗੇ ਨੇ, ਮਿਹਨਤੀ ਲੋਕੀ ਹੈਗੇ ਨੇ, ਉਹਨਾਂ ਨੂੰ ਵਸਣ ਦਿਓ। ਉਹਨਾਂ ਦੇ ਪਰਿਵਾਰਾਂ ਨੂੰ ਛੱਡੋ, ਬਖਸ਼ੋ। ਆ ਨਫ਼ਰਤ ਨਾ ਪੈਦਾ ਕਰੋ। ਕਿਸੇ ਗੁਰਦੁਆਰੇ 'ਚ ਜਵਾਕ ਨਹੀਂ ਡਰਦੇ ਜਾਂਦੇ ਹੈਗੇ, ਕਹਿੰਦੇ ਜੀ ਉੱਥੇ ਤੇ ਜਾ ਕੇ ਕਹਿੰਦੇ ਉਹ ਖਾਲਿਸਤਾਨ ਦੇ ਝੰਡੇ ਲੈ ਕੇ ਰੋਜ਼ ਹੀ ਉੱਥੇ ਟੇਬਲ ਜਾ ਲੈ ਕੇ ਉੱਥੇ ਖੜੇ ਹੁੰਦੇ ਹੈਗੇ ਨੇ, ਵੋਟਾਂ ਬਣਾ ਲਓ ਜੀ, ਰੈਫਰੈਂਡਮ ਦੀ ਇਹਨਾਂ ਦੀ ਉਹ ਕਰ ਲਓ ਹੈਗੋ। ਰੋਜ਼ ਕਿਤੇ ਉੱਥੇ ਡਾਂਗ ਖੜਕਦੀ ਹੈਗੀ ਹੈ। ਤੁਸੀਂ ਇੱਥੇ ਇੱਕ ਗੁਰਦੁਆਰੇ ਦੀ ਮੈਨੂੰ ਐਗਜ਼ਾਮਪਲ ਦੇ ਦਿਓ। ਤੁਸੀਂ ਇੱਥੇ ਰੌਲਾ ਪਾਣੇ ਹੈਗੇ, ਫਲਾਨਾ ਹੈਗੇ, ਉੱਥੇ ਰੋਜ਼ ਇੱਥੇ ਪੱਗਾਂ ਲੈਂਦੀਆਂ ਹੈਗੀਆਂ ਨੇ, ਇੱਥੇ ਪੁਲਿਸ ਆਉਂਦੀ ਹੈਗੀ ਹੈ, ਬੇਅਦਬੀਆਂ ਹੁੰਦੀਆਂ ਹੈਗੀਆਂ ਨੇ, ਉਹਦੇ ਬਾਰੇ ਤਾਂ ਤੁਸੀਂ ਇੱਥੇ ਕੁਝ ਕਰ ਨਹੀਂ ਸਕਦੇ ਹੈਗੇ। ਉੱਥੇ ਜਾ ਕੇ ਪਾਰਲੀਮੈਂਟ ਦੀ, ਇੰਡੀਆ ਦੀ ਪਾਰਲੀਮੈਂਟ ਦੇ ਵਿੱਚ, ਹਾਂ ਪਾਰਲੀਮੈਂਟ ਘੇਰ ਲਓ ਹੈਗੋ। ਤੁਸੀਂ ਇੱਥੇ ਇੱਕ ਗੁਰਦੁਆਰੇ ਦੇ ਤੁਸੀਂ ਇੱਕ ਸਮਝੌਤਾ ਕਰਾ ਦਿਓ ਇੱਥੋਂ। ਤੇਰੇ ਆਲੇ ਦੁਆਲੇ, ਤੇਰੇ ਆਂਢ ਗੁਆਂਢ ਦੇ ਵਿੱਚ ਕੀ ਹੁੰਦਾ ਹੈਗਾ? ਅੱਧੇ ਤੋਂ ਜ਼ਿਆਦਾ ਜਿਹੜੇ ਚੰਗੇ ਗੁਰਦੁਆਰੇ ਹੈਗੇ ਸੀਗੇ, ਇਤਿਹਾਸਕ ਗੁਰਦੁਆਰੇ ਹੈਗੇ ਸੀ, ਉਹ ਤੇ ਕਬਜ਼ਾ ਕਰੀ ਤੁਸੀਂ ਬੈਠੇ ਹੈਗੇ ਹੋ। ਤੁਹਾਨੂੰ ਬਣਿਆ ਤੁਹਾਨੂੰ ਪਲੇਟਫਾਰਮ ਮਿਲ ਗਿਆ ਹੈਗਾ। ਕੌਮ ਦੀਆਂ ਜੜ੍ਹਾਂ ਦੇ ਵਿੱਚ ਤੁਸੀਂ ਕੀੜਾ ਲੱਗ ਗਏ ਹੈਗੇ ਹੋ। ਜਿੰਨੀ ਮਿਹਨਤ ਹੈਗੀ ਸੀ, ਮਿਹਨਤ ਲੋਕੀ ਜਿਹੜੇ ਹੈਗੇ ਸੀ ਦੇ ਮੂਵਡ ਔਨ। ਤੁਹਾਨੂੰ ਲੋਕਾਂ ਨੂੰ ਮੈਦਾਨ ਮਿਲ ਗਿਆ ਹੈਗਾ। ਤੁਹਾਡੀ ਕੋਈ ਆਪੋਜੀਸ਼ਨ ਨਹੀਂ ਹੈਗੀ। ਨੁਕਸਾਨ ਸਾਰਾ ਸਿੱਖ ਕੌਮ ਦਾ ਹੋ ਰਿਹਾ ਹੈ। ਔਰ ਮੈਂ ਜਿਹੜੇ 99% ਜਿਹੜੇ ਲੋਕੀ ਇੱਥੇ ਚੁੱਪ ਬੈਠੇ ਹੈਗੇ ਨੇ, ਮੈਂ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਹੈਗਾ, ਇਹਦੇ ਵਿੱਚ ਸੁੱਖੀ ਚਹਿਲ ਦਾ ਕੁਛ ਨਹੀਂ ਲੈਣਾ ਹੈਗਾ। ਮੇਰਾ ਕੁਛ ਨਹੀਂ ਜਾਣਾ ਹੈਗਾ। ਪਰਮਾਤਮਾ ਨੇ ਮੈਨੂੰ ਬਹੁਤ ਕੁਛ ਦਿੱਤਾ ਹੋਇਆ ਹੈਗਾ। ਜ਼ਿੰਦਗੀ ਦੇ ਵਿੱਚ ਜਿੰਨੀ ਕੁ ਦਿੱਤੀ, ਸੋਚਿਆ ਨਹੀਂ ਹੈਗਾ ਸੀ ਇੱਥੇ ਤੱਕ ਪਹੁੰਚ ਜਾਵਾਂਗੇ ਹੈਗੇ। ਬਹੁਤ ਕੁਛ ਦਿੱਤਾ ਹੈਗਾ। ਪਰ ਤੁਹਾਡੀ ਚੁੱਪ ਜਿਹੜੀ ਹੈਗੀ ਹੈ, ਇਹ ਤੁਹਾਡੀ ਆਉਣ ਵਾਲੀ ਜਨਰੇਸ਼ਨ ਲਈ ਇੱਕ ਬਹੁਤ ਖਤਰੇ ਦੀ ਘੰਟੀ ਹੈ। ਇਹ ਲੋਕੀ ਮੋਦੀ ਦਾ ਕੁਛ ਨਹੀਂ ਵਿਗਾੜ ਸਕਦੇ, ਇਹ ਅਮਿਤ ਸ਼ਾਹ ਦਾ ਕੁਛ ਨਹੀਂ ਵਿਗਾੜ ਸਕਦੇ, ਇਹਦੇ ਕੈਪਟਨ ਦਾ, ਬਾਦਲਾਂ ਦਾ ਕੁਛ ਨਹੀਂ ਵਿਗਾੜ ਸਕਣਗੇ ਹੈਗੇ। ਔਰ ਇਸ ਸਟੇਟ ਦਾ ਕੁਛ ਨਹੀਂ ਵਿਗਾੜ ਸਕਣਗੇ ਹੈਗੇ। ਉਹ ਪਾਰਟੀਬਾਜ਼ੀ ਇੱਕ ਛੋਟੀ ਚੀਜ਼ ਹੁੰਦੀ ਹੈ, ਸਟੇਟ ਬਹੁਤ ਵੱਡੀ ਚੀਜ਼ ਹੁੰਦੀ ਹੈ। ਤੁਸੀਂ ਸਿੱਖੀ ਨੂੰ ਵੀ ਥੱਲੇ ਲਗਾਈ ਜਾਂਦੇ ਹੈਗੇ। ਸਾਡੀਆਂ ਪੱਗਾਂ ਦੀ ਸ਼ਾਨ ਹੈਗੀ ਹੈ। ਤੁਹਾਡੀ ਲੋਕਾਂ ਦੀ ਕਰਤੂਤਾਂ ਕਰਕੇ ਕੱਲ ਨੂੰ ਸਾਡੀਆਂ ਵੀ ਪੱਗਾਂ ਲਾ ਕੇ ਲੋਕਾਂ ਨੇ ਤਲਾਸ਼ੀ ਕਰਨੀ ਹੈਗੀ ਹੈ। ਸਾਡੇ ਵੱਲ ਦੇਖਣਾ ਹੈਗਾ ਵੀ ਹਾਂ, ਜਿਹੜੀ ਨਫ਼ਰਤ ਤੁਸੀਂ ਪੈਦਾ ਕਰ ਰਹੇ ਹੈਗੇ, ਕੋਈ ਚੱਜ ਦਾ ਗੱਲ ਕਰ ਲਓ, ਕੋਈ ਸਬੂਤ ਕਰ ਦਿਓ ਵੀ ਹਾਂ ਤੁਸੀਂ ਆਹ ਕੋਈ ਚੱਜ ਦਾ ਕੰਮ ਹੋ ਕਰਿਆ ਹੈਗਾ। ਹਰ ਰੋਜ਼ ਮੂੰਹ ਚੱਕ ਕੇ, ਪੂਛ ਚੱਕ ਕੇ, ਐਂ ਕਰਤਾ, ਬਾਹ ਕਰਨ, ਤੋੜ ਦੂੰਗਾ। ਉਹ ਕਦੇ ਜੋੜਨ ਦੀ ਗੱਲ ਵੀ ਕਰ ਲਓ। ਇੰਨੀ ਨਫ਼ਰਤ, ਉਹ ਐਂ ਕਰ ਦੇਣਾ, ਬਾਹ ਕਰ ਦੇਣਾ। ਉਹ ਤੁਹਾਡੇ ਪੀਰਾਂ ਦੀ, ਫਕੀਰਾਂ ਦੀ, ਗੁਰੂਆਂ ਦੀ ਧਰਤੀ ਹੈਗੀ ਹੈ, ਜਿਹਦੇ ਬਾਰੇ ਤੁਸੀਂ ਆਹ ਗੱਲਾਂ ਕਰਦੇ ਹੈਗੇ ਹੋ। ਉੱਥੇ ਆਏ ਹੈਗੇ ਹੋ, ਉੱਥੇ ਪੜ੍ਹ ਲਿਖ ਕੇ ਆਏ ਹੈਗੇ ਹੋ।
ਸ਼ਰਮ ਕਰੋ ਥੋੜੀ ਮੋਟੀ। 7 ਜਿਹੜੇ ਘਰ ਹੁੰਦੇ ਨੇ, ਪੰਜਾਬੀ 'ਚ ਕਹਿੰਦੇ ਨੇ, ਉਹ ਡੈਣ ਵੀ ਛੱਡ ਦਿੰਦੀ ਹੈਗੀ ਹੈ। ਬਖਸ਼ ਦੋ ਉਹਨਾਂ ਨੂੰ ਵਿਚਾਰਿਆਂ ਨੂੰ, ਜਿਹੜੇ ਉਹਨਾਂ ਦੇ ਉੱਥੇ ਬਾਰਡਰਾਂ ਤੇ ਬੈਠੇ ਹੈਗੇ ਨੇ। ਮੈਂ ਜਾ ਕੇ ਉੱਥੇ ਰਹਿ ਕੇ ਦੇਖਿਆ ਹੈਗਾ, ਟਿੱਕਰੀ ਬਾਰਡਰ ਤੇ, ਸਿੰਘੂ ਬਾਰਡਰ ਦੇ ਕੀ ਹਾਲ ਹੁੰਦਾ ਹੈਗਾ, ਕਿੰਨਾ ਮੁਸ਼ਕਿਲ ਹੈਗਾ ਉਹਨਾਂ ਨੂੰ, ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਨੇ ਉਹ ਲੋਕੀ। ਉਹ ਸ਼ੌਂਕ ਨੂੰ ਨਹੀਂ ਕੋਈ ਬੈਠੇ ਹੋਏ ਹੈਗੇ। ਤੁਸੀਂ ਲੋਕਾਂ ਨੇ ਦੁਕਾਨਦਾਰੀਆਂ ਖੋਲਣ ਬਾਰੇ ਸੋਚ ਰਿਹਾ ਹੈਗਾ, ਉਹਦੇ ਉੱਤੇ ਵੀ। ਪਰ ਪਰਮਾਤਮਾ ਦੇ ਘਰੇ ਦੇਰ ਹੈ, ਅੰਧੇਰ ਨਹੀਂ। ਸਿੱਖ ਕੌਮ ਨੇ ਬਹੁਤ ਵੱਡੇ ਮਸਲੇ ਆਪ ਹੱਲ ਕਰੇ ਹੈਗੇ ਨੇ। ਮੈਨੂੰ ਉਮੀਦ ਹੈ ਆ ਤੁਹਾਡੇ ਵਾਲਾ ਮਸਲਾ ਵੀ ਇਹਨਾਂ ਨੂੰ ਆਪ ਹੀ ਹੱਲ ਕਰਨਾ ਪੈਣਾ ਹੈਗਾ ਸਾਨੂੰ ਲੋਕ। ਮੈਂ ਸਾਰੀ ਸਿੱਖ ਸੰਗਤ ਨੂੰ, ਸਪੈਸ਼ਲੀ ਜਿਹੜੀ ਬਾਹਰ ਅਮਰੀਕਾ, ਕੈਨੇਡਾ, UK ਦੇ ਵਿੱਚ ਜਾਂ ਆਸਟ੍ਰੇਲੀਆ 'ਚ ਬੈਠੀ ਹੈਗੀ, ਉਹਨਾਂ ਨੂੰ ਬੇਨਤੀ ਕਰਦਾ, ਆਹ ਜਿਹੜੇ ਲੋਕੀ ਹੈਗੇ ਨੇ, ਇਹਨਾਂ ਨੂੰ ਨੱਥ ਪਾਓ, ਜਾਂ ਇਹਨਾਂ ਨੂੰ ਕਹੋ ਵੀ ਤੁਸੀਂ ਝਾਂਜਰਾਂ ਨਹੀਂ ਪਾਈਆਂ ਹੋਈਆਂ ਹੈਗੀਆਂ, ਉੱਥੇ ਜਾਓ, ਆਪ ਲੜੋ, ਆਪ ਮਰੋ, ਆਪਣੇ ਜਵਾਕਾਂ ਨੂੰ ਭੇਜੋ ਹੈਗੇ। ਲੋਕਾਂ ਦੇ ਜਵਾਕਾਂ ਨੂੰ ਕਿਉਂ ਮਰਵਾਉਣ ਨੂੰ ਫਿਰਦੇ ਹੈਗੇ ਹੋ? ਆਪ ਉੱਥੇ ਲਾਓ ਨਾਰਾ, ਉੱਥੇ ਜਾ ਕੇ ਉਤਰ ਕੇ ਦਿੱਲੀ ਉੱਥੋਂ ਏਅਰਪੋਰਟ ਤੋਂ ਉਤਰ ਕੇ ਜਾ ਕੇ ਤੁਸੀਂ ਲਾਓ ਵੀ ਹਾਂ ਅਸੀਂ ਆ ਗਏ। ਉੱਥੇ ਪਾਰਲੀਮੈਂਟ ਘੇਰਨ, ਪੰਨੂ ਸਾਹਿਬ ਲੀਡ ਕਰਨ ਉੱਥੇ। ਇਹ ਜਿੱਥੇ ਵੀ ਮਿਲਦੇ ਹੈਗੇ ਨੇ ਜਿਹੜੇ ਗੁਰਦੁਆਰਿਆਂ 'ਚ, ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਜਿਹੜੇ ਕੋਰੇ ਕੁਐਸਚਨ ਪੁੱਛੋ ਵੀ ਭਾਈ ਹਰ ਇੱਕ ਚੀਜ਼ ਦੀ ਲਿਮਿਟ ਹੁੰਦੀ ਹੈਗੀ ਹੈ, ਵੀ ਕਿਸਾਨਾਂ ਨੇ ਤੁਹਾਡਾ ਕੀ ਵਿਗਾੜਿਆ ਹੈਗਾ, ਉਹਨਾਂ ਦੇ ਉਹਦੇ ਵਿੱਚ ਕਿਉਂ ਤੁਸੀਂ ਵਾਇਲੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹੋ? ਤੁਸੀਂ ਕਿਹੜੀ ਸਾਈਡ ਤੋਂ, ਤੁਸੀਂ ਪਹਿਲਾਂ ਨੂੰ ਇਹ ਪੁੱਛ ਲਓ ਹੈਗੇ, ਤੁਸੀਂ ਕਿਹੜੀ ਸਾਈਡ ਦੇ ਉੱਤੇ ਹੈਗੇ ਹੋ ਨਾ। ਜੋ ਕੁਛ ਇਹਨਾਂ ਦੀ ਕਰਤੂਤਾਂ ਹੈਗੀਆਂ ਨੇ, ਉਹ ਤਾਂ ਕਿਸਾਨਾਂ ਦੇ ਨਾਲ ਤਾਂ ਕੋਈ ਤਾਲੁਕਾਤ ਨਹੀਂ ਹੈਗਾ। ਔਰ ਇਹਦੇ ਬਾਰੇ ਤੁਸੀਂ, ਫਿਰ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਕਿਸਾਨ ਲੀਡਰਸ਼ਿਪ ਕੀ ਕਹਿੰਦੀ ਹੈਗੀ ਹੈ, ਉਹਨਾਂ ਦਾ ਵੀ ਤੁਸੀਂ ਸੁਣ ਲਓ ਜੀ। ਔਰ ਸਾਡੇ ਬਜ਼ੁਰਗਾਂ ਵਰਗੇ ਹੈਗੇ ਨੇ ਰਾਜੇਵਾਲ ਸਾਹਿਬ, ਉਹ ਕੀ ਕਹਿੰਦੇ ਹੈਗੇ ਨੇ, ਸੁਣ ਲਓ। ਇੱਕ ਮਤਾ ਪਾਸ ਕਰਕੇ ਬਹੁਤ ਹੀ ਕਰੜੇ ਸ਼ਬਦਾਂ ਵਿੱਚ 6 ਫॉर ਜਸਟਿਸ ਉਹਨਾਂ ਨੇ ਜਿਹੜੀ ਇੱਕ ਵੀਡੀਓ ਜਾਰੀ ਕੀਤੀ ਹੈ, ਉਹਦੀ ਨਿੰਦਾ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ 'ਚ ਕਿਸਾਨਾਂ ਦੇ ਨਾਲ ਜਾਵਾਂਗੇ, ਜੇ ਇਹਨਾਂ ਨੂੰ ਕੋਈ ਗ੍ਰਿਫਤਾਰ ਕਰੂ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ, ਤੇ ਪਾਰਲੀਮੈਂਟ ਤੇ ਅਸੀਂ ਜਿਹੜੇ ਖਾਲਿਸਤਾਨ ਦੇ ਝੰਡੇ ਲੈ ਕੇ ਜਾਵਾਂਗੇ, ਕਿਰਪਾਨਾਂ ਲੈ ਕੇ ਜਾਵਾਂਗੇ, ਪਾਰਲੀਮੈਂਟ ਤੇ ਕਬਜ਼ਾ ਕਰਾਂਗੇ। ਉਹਨਾਂ ਦੀ ਇਸ ਕਾਰਵਾਈ ਦਾ ਸਖਤ ਨੋਟਿਸ ਲਿਆ ਗਿਆ ਔਰ ਇਹਦੀ ਸਖਤ ਨਿੰਦਾ ਕੀਤੀ ਗਈ। ਔਰ ਅਸੀਂ ਇਥੋਂ ਸਗੋਂ ਚੌਕਸ ਹੋ ਗਏ। ਜਿਹੜੀਆਂ ਫੋਰਸਿਸ ਨੇ ਸਾਨੂੰ 26 ਜਨਵਰੀ ਨੂੰ ਸਾਡੇ ਅੰਦੋਲਨ ਨੂੰ ਢਾਹ ਲਾਈ ਸੀ, ਉਦੋਂ ਉਹ ਫੋਰਸਿਸ ਹੁਣ ਫੇਰ ਐਕਟਿਵ ਨੇ। ਅਸੀਂ ਲੋਕਾਂ ਨੂੰ ਚੌਕਸ ਕਰਦੇ, ਕਿਸੇ ਦੀ ਗੱਲ ਨਹੀਂ ਸੁਣਨੀ। ਸਾਡਾ ਅੰਦੋਲਨ ਪੂਰਾ ਸ਼ਾਂਤਮਈ ਹੋਏਗਾ। ਉਹਦੇ ਵਿੱਚ ਅਸੀਂ ਤੈਅ ਕੀਤਾ ਹੈ ਬਈ 22। ਹਾਂਜੀ ਦੋਸਤੋ, ਤੁਸੀਂ ਸੁਣ ਲਿਆ ਹੈਗਾ, ਉਹ ਬਜ਼ੁਰਗ ਜਿਹੜੇ ਹੈਗੇ ਉੱਥੇ ਕਿਹੜੀਆਂ ਸਮੱਸਿਆ ਦੇ ਵਿੱਚ ਹੋਰ ਲੜ ਰਹੇ ਹੈਗੇ ਨੇ, ਸਰਕਾਰਾਂ ਦੇ ਨਾਲ ਲੜ ਰਹੇ ਹੈਗੇ ਨੇ, ਗੱਲ ਵੀ ਕਰ ਰਹੇ ਹੈਗੇ ਨੇ। ਔਰ ਉਧਰੋਂ ਇਹਨਾਂ ਨੂੰ ਆ ਜਿਹੜੀ ਇਹਨਾਂ ਦੀ ਕਰਤੂਤ ਹੈਗੀ ਹੈ, ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈਗਾ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਵੀ ਪਿੱਠ ਛੁਰਾ ਸਾਡੇ ਆਪਣੀ ਮਾਰਨਗੇ ਹੈਗੇ। ਔਰ ਵੱਜਿਆ ਵੀ ਹੈਗਾ, ਪਹਿਲਾਂ ਵੀ ਮਾਰਿਆ ਹੈਗਾ, 26 ਤਰੀਕ ਵੇਲੇ ਵੀ ਮਾਰਿਆ ਹੈਗਾ, 26 ਜਨਵਰੀ ਦੇ ਵਿੱਚ। ਤੇ ਮੈਂ ਬੇਨਤੀ ਕਰਦਾ ਹੈਗਾ ਪੰਨੂ ਸਾਹਿਬ ਨੂੰ, ਪੰਨੂ ਸਾਹਿਬ, ਇੱਕ ਤਾਂ ਜਦੋਂ ਤੁਸੀਂ ਵੀਡੀਓ ਪਾਉਣੇ ਹੋਣੇ ਨਾ, ਉਹ ਟੱਪ ਕੇ ਨਾ ਪਾਇਆ ਕਰੋ ਪਲੀਜ਼। ਮੈਨੂੰ ਡਰ ਲੱਗਦਾ ਹੁੰਦਾ ਹੈਗਾ ਤੁਹਾਨੂੰ ਕੁਝ ਹੋ ਜਾਊਗਾ ਹੈਗਾ। ਬੰਦੇ ਦਾ ਬਲੱਡ ਪ੍ਰੈਸ਼ਰ ਹੋ ਜਾਂਦਾ ਹੈਗਾ, ਪਤਾ ਨਹੀਂ ਹੁਣ ਕੀ ਕਹੂਗਾ ਇਹ। ਇੱਕ ਆ ਜਿਹੜੀ ਤਲਵਾਰ ਤੁਸੀਂ ਉਹ ਲਈ ਫਿਰਦੇ ਹੈਗੇ ਹੋ, ਉਹ ਹੈਰੀ ਪੋਟਰ ਦੀ, ਉਹ ਕਿਸੇ ਜਵਾਕ ਦੀ ਹੈਗੀ ਹੈ, ਵਾਪਸ ਕਰੋ। ਅਤੇ ਜਿਹੜੀਆਂ ਮਜ਼ਾਕ ਵਾਲੀਆਂ ਗੱਲਾਂ ਹੁੰਦੀਆਂ ਨੇ ਨਾ, ਇਦਾਂ ਦੀਆਂ ਗੱਲਾਂ ਹੁੰਦੀਆਂ ਨੇ, ਲੋਕੀ ਕਈ ਸੀਰੀਅਸਲੀ ਲੈ ਜਾਂਦੇ ਹੈਗੇ ਨੇ। ਹੋਰ ਕਿਸੇ ਜਵਾਕ ਨੇ ਉੱਥੇ ਜਾ ਕੇ ਪੰਗਾ ਲੈ ਲਿਆ ਹੈਗਾ, ਤੁਹਾਡਾ ਕੁਝ ਨਹੀਂ ਜਾਣਾ ਹੈਗਾ, ਅਗਲਾ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਤਰੀਕਾਂ ਭੁਗਤੂਗਾ। ਸਾਰੀ ਡਾਇਸਪੋਰਾ ਦੇ ਵਿੱਚ ਜਿਹੜੀ ਸਿੱਖ ਸੰਗਤ ਹੈਗੀ ਹੈ, ਪੰਜਾਬੀ ਹੈਗੇ ਨੇ ਸਪੈਸ਼ਲੀ, ਉਹਨਾਂ ਦੇ ਅੱਗੇ ਬੇਨਤੀ ਕਰਦਾ ਹੈਗਾ, ਪਲੀਜ਼ ਇਹਨੂੰ ਸੀਰੀਅਸਲੀ ਲਓ। ਇਹ ਮਸਲਾ ਬੜਾ ਗੰਭੀਰ ਹੈਗਾ, ਇਹ ਸੁੱਖੀ ਚਹਿਲ ਦਾ ਇਕੱਲੇ ਦਾ ਨਹੀਂ ਹੈਗਾ, ਇਹ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਬੜਾ ਵੱਡਾ ਕ੍ਰਿਟੀਕਲ ਇਸ਼ੂ ਹੈ। ਇਹਨੂੰ ਲਾਈਟਲੀ ਨਾ ਲਓ। ਕਿਸੇ ਬਾਹਰਲੇ ਬੰਦੇ ਨੇ ਆ ਕੇ ਸਾਡੀ ਹੈਲਪ ਨਹੀਂ ਕਰਨੀ ਹੈਗੀ। ਇਹ ਤੁਹਾਡੇ ਮਸਲੇ ਤੁਹਾਨੂੰ ਆਪ ਹੱਲ ਕਰਨੇ ਪੈਣਗੇ। ਇਹਨਾਂ ਲੋਕਾਂ ਨੂੰ ਚੈਲੰਜ ਕਰੋ, ਇਹਨਾਂ ਨੂੰ ਲੋਕਾਂ ਨੂੰ ਪੁੱਛੋ ਵੀ ਤੁਹਾਡੀ ਔਕਾਤ ਕੀ ਹੈਗੀ, ਤੁਸੀਂ ਹੁੰਦੇ ਕੌਣ ਹੈਗੇ ਹੋ, ਤੁਹਾਡੀ ਹਿੰਮਤ ਕਿਵੇਂ ਹੋਈ, ਤੁਹਾਡੀ ਜ਼ਰੂਰਤ ਕਿਵੇਂ ਹੋਈ ਤੁਹਾਨੂੰ ਇਹੋ ਜਿਹੇ ਕਮੈਂਟ ਕਰਨ ਦੀ ਹੈਗੀ ਕਿਸਾਨ ਐਜੀਟੇਸ਼ਨ ਦੇ ਉੱਤੇ। ਇੰਨੀ ਗੱਲ ਕਹਿੰਦਾ ਹੋਇਆ ਕਿਸੇ ਨੂੰ ਦੁੱਖ ਲੱਗਿਆ ਹੋਵੇ ਹੈਗੇ, ਮੈਂ ਐਡਵਾਂਸ ਵਿੱਚ ਮਾਫੀ ਮੰਗਦਾ ਹੈਗਾ। ਪਰ ਮੈਂ ਜ਼ਰੂਰ ਠੋਕ ਕੇ ਦੁਬਾਰਾ ਫਿਰ ਕਹਿਣਾ ਹੈਗਾ, ਪੰਨੂ ਸਾਹਿਬ ਆਪਣੀਆਂ ਹਰਕਤਾਂ ਤੋਂ ਬਾਜ਼ ਆਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।